सिमरो अंगद दुख निकंदन। गुरु अमरदास हृदय नित त्याऊं, हृदय नित त्याऊं। श्री गुरु रामदास गुण गुरु अर्जन विघ्नन के नाशक, विघ्नन की नाशक। श्री हर गोबिंद सुमत परकाशक। श्री हर राय नमो कर जोरी, नमो कर जोरी। श्री हर कृष्ण मनाऊं गुरु तेग बहादुर परम कृपाला, परम कृपाला। श्री गुरु गोबिंद सिंह विशाला। तरो तरा पर पुन पुन सीसा, पुन पुन सीसा। बंदों बार बार जगदीसा। एक ओंकारा सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। दोहरा अहमद शाह मोरे पुन पाछे। डरे सिंह जित कित ते आछे। आगा पाछा लूट पलावे। रिप को कष्ट महा दिखरावे। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सतसंगी जनो, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਮਾਤਾ ਸੁੰਦਰੀ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਹੱਠੀ ਸਿੰਘ ਦੀ ਗੱਲ ਸੁਣੀ। ਉਹ ਗੁਰੂ ਪਿਆਰਿਓ ਉਹ ਵੀ ਮਥੁਰਾ ਛੱਡ ਕੇ ਭਰਤਗੜ੍ਹ ਵੱਲ ਚਲਿਆ ਗਿਆ ਅਤੇ ਫਿਰ ਬੁਰਹਾਨਪੁਰ ਤੱਕ ਜਾ ਕੇ ਰਹਿਣ ਲੱਗੇ ਆ। ਭਾਈ ਸਾਹਿਬ ਜੀ ਦੱਸਦੇ ਹਨ ਕਿ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਉਂਦਾ ਸੀ, ਭਾਰਤ ਨੂੰ ਲੁੱਟ ਕੇ ਲੈ ਜਾਂਦਾ ਸੀ, ਪਰ ਜਦੋਂ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੋਇਆ ਅਤੇ ਇਹਨੇ ਅਹਿਮਦ ਸ਼ਾਹ ਅਬਦਾਲੀ ਦਾ ਗੁਰੂ ਪਿਆਰਿਓ ਅੱਗਾ ਰੋਕਣਾ ਕੀਤਾ। ਇਸ ਨੇ ਗੁਰੂ ਪਿਆਰਿਓ ਸੋਮਨਾਥ ਮੰਦਰ, ਮਥੁਰਾ, ਬਿੰਦਰਾਬਨ, ਜਿਹੜੇ ਵੱਡੇ ਵੱਡੇ ਮੰਦਰ ਹਿੰਦੂਆਂ ਦੇ ਸਨ ਉਹਨਾਂ ਨੂੰ ਢਾਉਣਾ ਕੀਤਾ ਔਰ ਉਹਨਾਂ ਦੇ ਵਿੱਚੋਂ ਖਜ਼ਾਨਾ ਲੁੱਟ ਕੇ ਲੈ ਜਾਣਾ ਔਰ ਭਾਰਤ ਦੀਆਂ ਸੁੰਦਰ ਲੜਕੀਆਂ ਇਸਤਰੀਆਂ ਨੂੰ ਵੀ ਇਹਨਾਂ ਦੇ ਸਿਪਾਹੀਆਂ ਨੇ ਕੈਦ ਕਰਕੇ ਲੈ ਜਾਣਾ ਔਰ ਗਜਨੀ ਦੇ ਬਾਜ਼ਾਰਾਂ ਵਿੱਚ 2-2 ਟਕੇ ਦੇ ਨਾਲ ਨਿਲਾਮੀ ਕਰਕੇ ਉਹਨਾਂ ਲੜਕੀਆਂ ਨੂੰ ਵੇਚਣਾ। ਪਰ ਜਦੋਂ ਖਾਲਸਾ ਪੰਥ ਗੁਰੂ ਪਿਆਰੂ ਸਤਿਗੁਰਾਂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਆਇਆ ਅਤੇ ਫਿਰ ਪਤਾ ਲੱਗਿਆ ਅਤੇ ਜਦੋਂ ਇਹ ਮਥੁਰਾ ਤੋਂ ਵਾਪਸ ਮੁੜਦਾ ਹੈ ਅਤੇ ਗੁਰੂ ਪਿਆਰੂ ਰਸਤੇ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਰਹਿਣਾ ਸ਼ੁਰੂ ਕੀਤਾ ਸੀ ਅਤੇ ਗੁਰੀਲਾ ਜੰਗ ਕਰਦੇ ਸਨ। ਅਤੇ ਜਦੋਂ ਇਹ ਰਾਤ ਦੇ 12 ਵਜੇ ਕਿਤੇ ਰਾਤ ਕੱਟਦੇ ਸਨ ਰੁਕ ਕਰਕੇ ਅਤੇ ਸਿੰਘਾਂ ਨੇ ਹਮਲਾ ਕਰਕੇ ਇਹਦਾ ਲੁੱਟਿਆ ਹੋਇਆ ਸਮਾਨ ਵੀ ਲੁੱਟ ਲੈਣਾ ਅਤੇ ਲੜਕੀਆਂ ਨੂੰ ਵੀ ਛੁਡਾ ਕੇ ਘਰੋਂ ਘਰੀ ਭੇਜ ਦੇਣਾ। ਇੱਕ ਵਾਰ ਇਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਗੁਰੂ ਪਿਆਰਿਓ ਉਸ ਹਮਲੇ ਦੇ ਨਾਲ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਇੱਟਾਂ ਸਨ ਉਹ ਬੁੜਕੀਆਂ ਔਰ ਇੱਕ ਇੱਟ ਬੁੜ ਕਰਕੇ ਗੁਰੂ ਪਿਆਰਿਓ ਇਸ ਦੇ ਮੂੰਹ 'ਤੇ ਨੱਕ 'ਤੇ ਵੱਜੀ, ਜਿਸ ਤੋਂ ਬਾਅਦ ਇਹ ਰਾਜੀ ਨਹੀਂ ਹੋਇਆ। ਉਸੇ ਹੀ ਜ਼ਖਮ ਦੇ ਨਾਲ ਇਸ ਦੀ ਮੌਤ ਹੋਈ। ਸਿੰਘਾਂ ਨੇ ਗੁਰੂ ਪਿਆਰਿਓ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜਿਹੜੀ ਇਸ ਨੇ ਮਿੱਟੀ ਪਵਾਈ ਸੀ ਉਹ ਮਿੱਟੀ ਕਢਾਈ ਔਰ ਉਹ ਪੌੜ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੋਇਆ ਸੀ, ਵਚਨ ਹੋਇਆ ਸੀ, ਇਹ ਤਾਂ ਦੁਬਾਰੇ ਬਣਨਗੇ। ਇਹਨਾਂ ਮਸੰਦਾਂ ਦੀਆਂ ਜੜ੍ਹਾਂ ਪੋਲੀਆਂ ਹੋ ਰਹੀਆਂ, ਇਹ ਮਸੰਦ ਖਤਮ ਹੋ ਜਾਣਗੇ ਪਰ ਗੁਰੂ ਕਾ ਸਥਾਨ ਸਦਾ ਚੜ੍ਹਦੀ ਕਲਾ 'ਚ ਰਹਿਣਗੇ। ਸਮਾਂ ਆਵੇਗਾ
ਸਾਡੇ ਸਿੱਖ ਆਪੇ ਤਿਆਰ ਕਰ ਲੈਣਗੇ, ਸੰਗਤੋ ਤੁਸੀਂ ਫਿਕਰ ਨਾ ਕਰੋ। ਉਹ ਸਮਾਂ ਹੁਣ ਆਇਆ ਖਾਲਸਾ ਪੰਥ ਸਮੇਂ। ਉਹਨਾਂ ਨੇ ਫਿਰ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਨਵੇਂ ਸਿਰਿਓਂ ਤਿਆਰ ਕੀਤਾ, ਨਵੇਂ ਪੌੜ ਬਣਵਾਏ ਵਧੀਆ ਚੂਨਾ ਲਗਾ ਕਰਕੇ, ਔਰ ਉਸੇ ਹੀ ਰੀਤ ਦੇ ਨਾਲ ਹਰਿਮੰਦਰ ਸਾਹਿਬ ਦੀ ਰਚਨਾ ਰਚੀ। ਇਸੀ ਅੰਮ੍ਰਿਤਸਰ ਸਾਹਿਬ ਦਾ ਦੁਬਾਰਾ ਸਾਜਣਾ, ਸਰੋਵਰ ਨੂੰ ਬਣਾਉਣਾ, ਹਰਿਮੰਦਰ ਸਾਹਿਬ ਨੂੰ ਬਣਾਉਣਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹਨਾਂ ਸਿੰਘਾਂ ਨੇ ਅੱਗੇ ਚੱਲ ਕੇ ਭਾਈ ਸਾਹਿਬ ਜੀ ਦੱਸਦੇ ਹਨ ਫਿਰ ਦਿੱਲੀ ਗਏ, ਜੋ ਨੌਵੇਂ ਪਾਤਸ਼ਾਹ ਜੀ ਦੇ ਅਸਥਾਨ ਹਨ, ਜੋ ਕਿ 92 ਸਾਧਾਂ ਦੇ ਚੇਲਿਆਂ ਨੇ ਢਾਹ ਦਿੱਤੇ ਸਨ ਔਰ ਉੱਥੇ ਮਸੀਤਾਂ ਬਣਾ ਦਿੱਤੀਆਂ ਸਨ। ਉਹਨਾਂ ਨੂੰ ਵੀ ਫਿਰ ਸਿੰਘਾਂ ਨੇ, ਖਾਲਸਾ ਪੰਥ ਨੇ ਜਾ ਕੇ ਨਵੇਂ ਸਿਰੋਂ ਰਚਨਾ ਕੀਤਾ। ਅੱਗੇ ਸਾਖੀ ਚੱਲਦੀ ਹੈ ਕਿ ਆਨੰਦਪੁਰ ਸਾਹਿਬ ਵੀ ਮੁਗਲਾਂ ਨੇ, ਤੁਰਕਾਂ ਨੇ, ਪਹਾੜੀਆਂ ਨੇ ਗੁਰੂ ਪਿਆਰੋ ਬਿਲਡਿੰਗਾਂ ਢਾਹ ਦਿੱਤੀਆਂ ਸਨ। ਕਿਲੇ ਉਸੇ ਸਮੇਂ ਦੇ ਆ ਜਦੋਂ ਦੇ ਸਤਿਗੁਰਾਂ ਦੇ ਬਣਾਏ ਹੋਏ ਹੈ, ਪਰ ਹੋਰ ਜਿਹੜੀਆਂ ਬਿਲਡਿੰਗਾਂ ਸਨ ਉਹ ਢਾਹ ਦਿੱਤੀਆਂ ਸਨ। ਅਤੇ ਜਿਸ ਰਾਜੇ ਦੀ ਜ਼ਮੀਨ ਵਿੱਚ ਇਹ ਜਗ੍ਹਾ ਆਉਂਦੀ ਸੀ ਉਹਨੇ ਉਹ ਜਗ੍ਹਾ ਨੱਪ ਲਈ ਸੀ, ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਅਲੋਪ ਹੋ ਗਏ। ਬੰਦਾ ਸਿੰਘ ਬਹਾਦਰ ਨੇ ਕਾਫੀ ਕਾਰਜ ਕੀਤੇ। ਉਸ ਤੋਂ ਬਾਅਦ ਕਈ ਸਾਲ ਬਤੀਤ ਹੋ ਗਏ, ਤਾਂ ਹੁਣ ਅਗਲੇ ਆਨੰਦਪੁਰ ਸਾਹਿਬ ਨੂੰ ਦੁਬਾਰਾ ਕਿਸ ਨੇ ਵਸਾਇਆ, ਉਹਦੇ ਪਿੱਛੇ ਕੀ ਘਟਨਾ ਹੈ, ਕੀ ਸਾਖੀ ਹੈ, ਇਹ ਸਾਰੀ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਹਿਮਦ ਸ਼ਾਹ ਮੁਰਿਓ ਪੁਨ ਪਾਛੇ, ਡਰੇ ਸਿੰਘ ਜਿਤ ਕਿਤ ਤੇ ਆਛੇ। ਜਦੋਂ ਅਹਿਮਦ ਸ਼ਾਹ ਮਥੁਰਾ ਬਿੰਦਰਾਵਨ ਉਸ ਇਲਾਕਿਆਂ ਦੇ ਮੰਦਰਾਂ ਨੂੰ ਢਾਉਂਦਾ ਲੁੱਟਦਾ ਵਾਪਸ ਮੁੜਿਆ ਹੈ ਤੇ ਇਸ ਮਾਝੇ ਦੇ ਇਲਾਕੇ 'ਚ ਆਇਆ ਹੈ, ਔਰ ਸਿੰਘ ਉਸ ਵੇਲੇ ਜੰਗਲਾਂ ਵਿੱਚ ਲੁਕੇ ਹੋਏ ਸਨ ਤੇ ਉਹਨਾਂ ਨੇ ਗੁਰੀਲਾ ਹਮਲਾ ਕਰਨਾ ਇਹਦੇ ਉੱਤੇ। ਗੁਰੂ ਪਿਆਰਿਓ ਜੁਗਤ ਨਾਲ ਜਦੋਂ ਇਹ ਰਾਤਾਂ ਨੂੰ ਜਸ਼ਨ ਮਨਾਉਂਦੇ, ਸ਼ਰਾਬਾਂ ਮਾਸ ਖਾ ਪੀ ਕੇ ਇਹ ਰੱਜ ਜਾਂਦੇ ਤੇ ਗੁਰੂ ਪਿਆਰਿਓ ਫਿਰ ਸ਼ਰਾਬੀ ਹੋ ਕੇ ਡਿੱਗ ਜਾਂਦੇ ਤੇ ਫਿਰ ਇਹਨਾਂ ਦੇ ਉੱਤੇ ਫਿਰ ਖਾਲਸਾ ਹਮਲਾ ਕਰਦਾ, ਇਹਨਾਂ ਨੂੰ ਵੱਢਦਾ ਟੁੱਕਦਾ, ਇਹਨਾਂ ਦਾ ਲੁੱਟਿਆ ਸਮਾਨ ਗੱਡੀਆਂ 'ਚੋਂ ਲੁੱਟ ਕੇ ਲੈ ਜਾਂਦੇ। ਔਰ ਇਸ ਤਰ੍ਹਾਂ ਇਹਨਾਂ ਨੂੰ ਕਾਫੀ ਹੱਥ ਦਿਖਾਏ। ਜਿਹੜਾ ਕਹਿੰਦਾ ਸੀ ਕਿ ਮੈਨੂੰ ਰੋਕਣ ਵਾਲਾ ਕੋਈ ਨਹੀਂ, ਅੱਜ ਇਹ ਗੁਰੂ ਕਾ ਖਾਲਸਾ ਇਹਨਾਂ ਨੂੰ ਰੋਕਣ ਲੱਗਿਆ। ਤੇ ਇਹ ਪੁੱਛਦਾ ਹੈ ਕਿਸੇ ਨੂੰ, ਆਪਣੇ ਬੰਦਿਆਂ ਨੂੰ, ਵੀ ਇਹ ਕੌਣ ਹੈ ਜਿਹੜੇ ਰਾਤ ਨੂੰ ਆ ਕੇ ਸਾਡੇ 'ਤੇ ਹਮਲਾ ਕਰਦੇ ਆ। ਤੇ ਉਹ ਕਹਿੰਦੇ ਹਨ ਬਈ ਇਹਨਾਂ ਦਾ ਗੁਰੂ ਜਿਹੜਾ ਬੜਾ ਪੀਰ ਹੋਇਆ ਔਰ ਇਹਨਾਂ ਵਿੱਚ ਬੜੀ ਤਾਕਤ ਹੈ, ਤੇ ਇਹਨਾਂ ਦੇ ਪੀਰ ਨੇ, ਇਹਨਾਂ ਦੇ ਗੁਰੂ ਨੇ ਜਿਹੜਾ ਮਾਝੇ ਵਿੱਚ ਹਰਿਮੰਦਰ ਸਾਹਿਬ ਦਾ ਸਰੋਵਰ ਹੈ ਨਾ, ਉਹਦੇ ਵਿੱਚ ਕੋਈ ਅੰਮ੍ਰਿਤ ਪਾਇਆ। ਇਹ ਉੱਥੇ ਨਹਾ ਕੇ, ਉੱਥੋਂ ਇਸ਼ਨਾਨ ਕਰਕੇ, ਉੱਥੋਂ ਜਲ ਛਕ ਕੇ ਦੁਬਾਰਾ ਫਿਰ ਤਰੋ ਤਾਜ਼ਾ ਹੋ ਜਾਂਦੇ ਆ। ਉਹ ਕਹਿੰਦਾ ਇਹਨਾਂ ਦਾ ਘਾਟ ਘਾਟ ਕਿੱਥੇ ਹੈ, ਇਹਨਾਂ ਦਾ ਘਰ ਕਿੱਥੇ ਹੈ, ਇਹਨਾਂ ਦੀ ਰਿਹਾਇਸ਼ ਕਿੱਥੇ ਹੈ। ਉਹ ਕਹਿੰਦੇ ਘਰ ਘਾਟ ਇਹਨਾਂ ਦਾ ਕੋਈ ਨਹੀਂ ਹੈ, ਜੰਗਲਾਂ 'ਚ ਹੀ ਰਹਿੰਦੇ ਆ, ਘੋੜਿਆਂ 'ਤੇ ਘੱਟ ਰਹਿੰਦੇ ਆ, ਵਸਤਰ ਵੀ ਇਹਨਾਂ ਦੇ ਜਿਹੜੇ ਹੁੰਦੇ ਹਨ ਪੁਰਾਣੇ ਹੋ ਜਾਂਦੇ ਆ, ਫਟ ਜਾਂਦੇ ਆ। ਭਾਵ ਬਹੁਤ ਹੀ ਸੰਸਾਰੀ ਤੌਰ 'ਤੇ, ਮਾਇਆ ਤੌਰ 'ਤੇ ਗਰੀਬੀ 'ਚ ਹੈ, ਪਰ ਸ਼ਾਸਤਰ ਤੌਰ 'ਤੇ ਗੁਰੂ ਪਿਆਰਿਓ ਇਹ ਅਹਿਮਦ ਸ਼ਾਹ ਅਬਦਾਲੀ ਦਾ ਨੱਕ ਮੋੜਦੇ ਆ। ਇਸ ਤਰ੍ਹਾਂ ਇਹ ਅਹਿਮਦ ਸ਼ਾਹ ਆਪਣੇ ਮੂੰਹੋਂ ਫਿਰ ਕਹਿੰਦਾ ਹੈ, ਅੱਜ ਤੱਕ ਕਿਸੇ ਨੇ ਮੇਰਾ ਅੱਗਾ ਨਹੀਂ ਸੀ ਰੋਕਿਆ। ਇਹ ਜਿਹੜੇ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹਨ, ਜੰਗਲਾਂ ਵਿੱਚ ਰਹਿੰਦੇ ਹਨ, ਇਹ ਇੱਕ ਦਿਨ ਜ਼ਰੂਰ ਰਾਜ ਕਰਨਗੇ। ਉਹ ਸਮਾਂ ਆਇਆ, ਖਾਲਸਾ ਰਾਜ ਹੋਇਆ। ਖਾਲਸੇ ਨੇ ਫਿਰ ਗੁਰੂ ਪਿਆਰੋ ਜਿਹੜੇ ਪਾਤਸ਼ਾਹ ਜੀ ਦੇ ਅਸਥਾਨ ਸਨ ਇਤਿਹਾਸਕ, ਉਹਨਾਂ ਨੂੰ ਦੁਬਾਰਾ ਬਣਾਉਣਾ ਸ਼ੁਰੂ ਕੀਤਾ। ਤੇ ਹੁਣ ਜਦੋਂ ਇਹ ਅਬਦਾਲ ਤੋਂ, ਪਾਕਿਸਤਾਨ ਤੋਂ, ਈਰਾਨ ਤੋਂ ਬਾਬਰ ਇਲਾਕੇ, ਬਾਬਰ ਵਰਗੇ ਆਉਂਦੇ ਆ ਤੇ ਉਹਨਾਂ ਨੂੰ ਰੋਕਣ ਵਾਲਾ ਇਹ ਖਾਲਸਾ ਹੀ ਆ। ਇਸ ਤਰ੍ਹਾਂ ਇਹਨਾਂ ਨੂੰ ਰੋਕਦੇ ਹਨ, ਅੱਗਾ ਪਿੱਛਾ ਵੇਖ ਕੇ ਇਹਨਾਂ ਨੂੰ ਲੁੱਟ ਲੈਂਦੇ, ਇਹਨਾਂ ਨੂੰ ਸ਼ਿਕਸਤ ਦਿੰਦੇ ਹਨ। ਆਗਾ ਪਾਛਾ ਲੁੱਟ ਪਲਾਵੈ, ਰਿਪ ਕੋ ਕਸ਼ਟ ਮਹਾ ਦਿਖਰਾਵੈ। ਔਰ ਇਹਨਾਂ ਨੂੰ ਲੁੱਟ ਕਰਕੇ ਸਿੰਘ ਜਿਹੜੇ ਗੁਰੀਲਾ ਹਮਲਾ ਕਰਕੇ ਫਿਰ ਲੁਕ ਜਾਂਦੇ ਆ ਜੰਗਲਾਂ ਵਿੱਚ। ਇਉਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਬੜਾ ਘਬਰਾ ਗਿਆ। ਇਵੇਂ ਹੀ ਮਾਰਤ ਅਟਕ ਉਤਾਰਾ, ਸ਼੍ਰੀ ਅੰਮ੍ਰਿਤਸਰ ਬਹੁਰ ਉਸਾਰਾ। ਔਰ ਗੁਰੂ ਪਿਆਰਿਓ ਸਿੰਘਾਂ ਨੇ ਇਸ ਨੂੰ ਕੁੱਟਦਿਆਂ, ਮਾਰਦਿਆਂ, ਲੁੱਟਦਿਆਂ
ਅਟਕ ਤੋਂ ਪਾਰ ਟਪਾ ਦਿੱਤਾ ਔਰ ਫਿਰ ਸਿੰਘਾਂ ਨੇ ਦੁਬਾਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕੀਤੀ ਆ। ਵਰਤਕ ਕਾਰ ਦੁਸ਼ਾਲਨ ਡਾਲੇ ਗੁਰੂ ਨੀਵ ਤੇ ਚਨਿਓ ਉਤਾਲੇ। ਦੁਸ਼ਾਲਿਆਂ ਦੇ ਵਿੱਚ ਚਾਦਰਾਂ ਵਿੱਚ ਮਿੱਟੀ ਪਾ ਪਾ ਕੇ ਕਾਰ ਸੇਵਾ ਕੀਤੀ, ਸਰੋਵਰ ਨੂੰ ਖਾਲੀ ਕੀਤਾ ਔਰ ਉਸ ਦੇ ਪੌੜ ਦੁਬਾਰਾ ਤਿਆਰ ਕਰਦੇ ਹਨ। ਮਹਾ ਪ੍ਰੇਮ ਤੇ ਤਾਲ ਬਨਾਇਓ ਹਰ ਮੰਦਰ ਸੁੰਦਰ ਉਸਰਾਇਓ। ਜਿੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਿਉ ਰੱਖੀ ਸੀ ਉੱਥੋਂ ਹੀ ਸ਼ੁਰੂ ਕਰਦੇ ਹੈ। ਉਸੇ ਹੀ ਨੇਵਾਂ ਦੇ ਉੱਤੇ ਦੁਬਾਰਾ ਹਰਿਮੰਦਰ ਸਾਹਿਬ ਦਾ ਉਸਾਰਨਾ ਕਰਦੇ ਹਨ। ਬੜੇ ਪ੍ਰੇਮ ਦੇ ਨਾਲ ਸਿੰਘਾਂ ਨੇ ਫਿਰ ਪੂਰਾ ਜ਼ੋਰ ਤਾਣ ਲਾ ਕਰਕੇ ਜਿਹੜਾ ਸਰੋਵਰ ਨੂੰ ਤਿਆਰ ਕੀਤਾ ਹੈ ਔਰ ਵਿੱਚ ਹਰਿਮੰਦਰ ਸਾਹਿਬ ਉਸਾਰਿਆ ਹੈ ਜੀ। ਗੁਰ ਮੇਰੇ ਜਾਤ ਤੇ ਬਾਦ ਨਾ ਘਾਟ ਪੂਰਬ ਸਮਹੇ ਕੀਨਸ ਠਾਟ। ਪਹਿਲਾਂ ਦੀ ਤਰ੍ਹਾਂ ਹੀ ਗੁਰੂ ਮਰਜ਼ਾਦਾ ਦੇ ਅਨੁਸਾਰ ਉਸ ਨੂੰ ਰਚਨਾ ਕੀਤਾ ਹੈ। ਕੋਈ ਉਹਦੇ ਵਿੱਚ ਸਿੰਘਾਂ ਨੇ ਬਾਦ ਘਾਟ ਨਹੀਂ ਕੀਤੇ। ਅਬਲੋ ਦਰਸ ਲਗੇ ਬਹੁ ਤੇਰਾ ਜਿਸ ਕੇ ਸਮ ਜਗ ਅਪਰ ਨਾਹੀਰਾ। ਔਰ ਅੱਜ ਤੱਕ ਜੋ ਅਸੀਂ ਦਰਸ਼ਨ ਕਰਦੇ ਹਾਂ ਇਸੇ ਹੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ। ਬਾਹਰੋਂ ਵੇਖਣ ਨੂੰ ਆਪਾਂ ਨੂੰ ਇੱਕ ਛੱਤ ਦਿਖਾਈ ਦਿੰਦੀ ਆ, ਪਰ ਅੰਦਰ ਜਾਈਏ ਤੇ ਦੋ ਛੱਤਾਂ ਹੈ। ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਵੀ ਸਾਈਡ ਦੇ ਉੱਤੇ ਸੰਗਤ ਬੈਠ ਕੇ ਅੰਦਰ ਜਾ ਕੇ ਪੌੜੀ ਚੜ੍ਹ ਕੇ ਸਾਈਡ ਤੇ ਬੈਠ ਕੇ ਬਾਹਰ ਕਰਦੀ ਆ, ਬਾਣੀ ਪੜ੍ਹਦੀ ਆ, ਸਿਮਰਨ ਕਰਦੇ ਆ। ਤੋ ਇਸ ਤਰ੍ਹਾਂ ਗੁਰੂ ਪਿਆਰੋ ਜਿਹੜਾ ਡਿਜ਼ਾਈਨ ਸਤਿਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀਗਾ ਨਕਸ਼ਾ, ਉਸੇ ਨਕਸ਼ੇ ਦੇ ਨਾਲ ਇਹ ਹਰਿਮੰਦਰ ਸਾਹਿਬ ਨੂੰ ਦੁਬਾਰਾ ਤਿਆਰ ਕੀਤਾ, ਜਿਹੜਾ ਅੱਜ ਵੀ ਅਸੀਂ ਦਰਸ਼ਨ ਕਰਦੇ ਹਾਂ। ਭਾਈ ਸਾਹਿਬ ਲਿਖਦੇ ਹਨ ਇਹ ਉਹ ਹਰਿਮੰਦਰ ਸਾਹਿਬ ਹੈ ਜਿਸ ਦੇ ਵਰਗਾ ਦੁਨੀਆ ਵਿੱਚ ਦੂਜਾ ਨਹੀਂ ਹੈ। ਕਿਉਂਕਿ ਪਾਤਸ਼ਾਹ ਨੇ ਲਿਖ ਦਿੱਤਾ ਬਾਣੀ ਵਿੱਚ, ਡਿਠੈ ਸਭੈ ਨਾ ਥਾਵ ਨਹੀਂ ਤੁਧ ਜੇਹਿਆ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਕਸਮਲ ਜਾਹੇ ਨਹਾਇਆ ਰਾਮਦਾਸਰ। ਇਹ ਮਹਿਮਾ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਪਹਿਲਾਂ ਹੀ ਕੀਤੀ ਹੈ ਔਰ ਉਸੇ ਤਰ੍ਹਾਂ ਹੀ ਵਾਕਿਆ ਹੀ ਉਹਦੇ ਨਾਲ ਦਾ ਦੁਨੀਆ ਵਿੱਚ ਕਿਤੇ ਨਹੀਂ ਹੈਗਾ। ਇੱਕ ਸਮੇਂ ਸਿੰਘ ਦਿੱਲੀ ਗਏ ਸ਼ਾਹ ਸੰਗ ਰਸ ਰਾਖਤ ਪਏ। ਇੱਕ ਸਮੇਂ ਇਹ ਖਾਲਸਾ ਪੰਥ ਸਿੰਘ ਦਿੱਲੀ ਜਾਂਦਾ ਹੈ ਤੇ ਗੁਰੂ ਪਿਆਰਿਓ ਮੌਕੇ ਦੇ ਰਾਜੇ ਦੇ ਨਾਲ ਕੁਝ ਰਸ ਰੱਖਣਾ ਹੁੰਦਾ ਹੈ, ਕੁਝ ਪਿਆਰ ਹੈ। ਗੁਰੂ ਨਾਭ ਥਲ ਖੋਜਨ ਕੀਤ ਚੀਨੀ ਬੇਨ ਵੇ ਦੁਸ਼ਟ ਮਸੀਤ। ਔਰ ਹੁਣ ਉਹ ਨੌਵੇਂ ਪਾਤਸ਼ਾਹ ਜੀ ਦੇ ਸਥਾਨ ਲੱਭਣੇ ਕੀਤੇ। ਮਾਤਾ ਸੁੰਦਰੀ ਜੀ ਨੇ ਕਿਹਾ ਸੀ ਨਾ, ਜੋ ਦਿੱਲੀ ਦੇ ਸੰਗਤ ਨੇ ਜਾ ਕੇ ਦੱਸਿਆ, ਮਾਤਾ ਜੀ ਉਹ ਜਿਹੜਾ ਬੇਨਵੇ ਫਕੀਰਾਂ ਦਾ ਸਾਧ ਅਜੀਤ ਸਿੰਘ ਨੇ ਗੋਦਲੇ ਪੁੱਤਰ ਨੇ ਮਾਰਿਆ ਸੀਗਾ, ਉਹਦੇ ਚੇਲਿਆਂ ਨੇ ਜਿਹੜੇ ਨੌਵੇਂ ਪਾਤਸ਼ਾਹ ਜੀ ਦੇ ਸਥਾਨ ਸਨ, ਸ਼ਹੀਦੀ ਵਾਲਾ ਸਥਾਨ ਔਰ ਸੰਸਕਾਰ ਵਾਲਾ ਥਾਨ ਜਿਹੜਾ ਰਕਾਬਗੰਜ ਸਾਹਿਬ, ਇਹ ਸਾਰੇ ਢਾਹ ਕਰਕੇ ਇੱਥੇ ਮਸੀਤਾਂ ਬਣਾ ਦਿੱਤੀਆਂ। ਤੇ ਮਾਤਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਐਸਾ ਸਿੰਘ ਆਵੇਗਾ ਆਉਣ ਵਾਲੇ ਸਮੇਂ 'ਚ, ਐਸਾ ਸਰਦਾਰ ਆਵੇਗਾ ਜਿਹੜਾ ਇਹ ਸਮਾਂ ਸਾਰੀਆਂ ਬਿਲਡਿੰਗਾਂ ਦੁਆਰਾ ਨਿਸ਼ਾਨੀਆਂ ਤਿਆਰ ਕਰੇਗਾ। ਥੱਲੇ ਉਹ ਤਾਂ ਪਈਆਂ ਹੈ ਨਾ, ਹਜੇ ਅਸਥੀਆਂ ਤਾਂ ਪਈਆਂ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦੀਆਂ। ਕਹਿੰਦੇ ਹਾਂਜੀ, ਕਹਿੰਦੇ ਬਸ ਉਹ ਨਿਸ਼ਾਨੀ ਹੋਵੇਗੀ ਸਾਡੀ ਔਰ ਨਿਸ਼ਾਨੀ ਵੇਖ ਕੇ ਉਹ ਦੁਬਾਰਾ ਉੱਥੇ ਹੀ ਬਣੇਗਾ। ਤੇ ਸਮਾਂ ਆਇਆ, ਖਾਲਸਾ ਪੰਥ ਨੇ ਫਿਰ ਉਹ ਨਿਸ਼ਾਨੀਆਂ ਕੱਢੀਆਂ, ਰਾਜੇ ਦੇ ਰਾਹੀਂ ਉਹ ਜਗ੍ਹਾ ਵਾਪਸ ਲਈ ਤੇ ਮਸੀਤਾਂ ਨੂੰ ਢਾਹ ਕਰਕੇ ਉੱਥੇ ਅਸਥਾਨ ਸਜਾ ਦਿੱਤੇ ਹਨ। ਬੜੇ ਜੋਰ ਸੋ ਤਬ ਟਹਿਵਾਏ ਆਪਣੋ ਦੀਨੋ ਪਤਾ ਦਿਖਾਏ। ਔਰ ਉਹਨਾਂ ਮਸੀਤਾਂ ਨੂੰ ਢਾਹ ਕਰਕੇ ਥੱਲਿਓਂ ਨਿਸ਼ਾਨੀਆਂ ਕੱਢੀਆਂ, ਉਹ ਗਾਗਰਾਂ ਕੱਢੀਆਂ ਜਿਹੜੀਆਂ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਸਮੇਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ ਦੀ ਸੰਭਾਲ ਕਰਦਿਆਂ ਹੋਇਆਂ ਸੰਸਕਾਰ ਕਰਕੇ ਉਹਨਾਂ ਦੇ ਸਰੀਰ ਦੀ ਸਾਰੀ ਸੁਭਾਅ ਉੱਥੇ ਹੀ ਨੱਪ ਦਿੱਤੀ ਸੀ। ਸਮਾਂ ਆਉਣ 'ਤੇ 10ਵੇਂ ਪਾਤਸ਼ਾਹ ਜੀ ਨੇ ਉੱਥੇ ਅਸਥਾਨ ਬਣਵਾਤਾ ਸੀ। ਹੁਣ ਉਹਨਾਂ ਦੇ ਅਲੋਪ ਹੋਣ ਤੋਂ ਬਾਅਦ 92 ਸਾਧਾਂ ਨੇ ਢਵਾ ਦਿੱਤਾ ਸੀਗਾ ਤੇ ਹੁਣ ਖਾਲਸੇ ਨੇ ਦੁਬਾਰਾ ਫਿਰ ਤਿਆਰ ਕਰ ਦਿੱਤੇ ਹਨ। ਆਸਤੇ ਕੀ ਗਾਗਰ ਦੋਇ ਪਰੀ ਸੋਨਿਕ ਸਾਏ ਦਿਖਾਵਨ ਕਰੀ। ਉਹਨਾਂ ਮਸੀਤਾਂ ਦੇ ਥੱਲਿਓਂ ਉਹ ਜਿਹੜੀਆਂ ਗਾਗਰਾਂ ਸਨ ਰਾਖ ਵਾਲੀਆਂ, ਅਸਥੀਆਂ ਵਾਲੀਆਂ,
ਉਹ ਦਿਖਾਉਣੀਆਂ ਕੀਤੀਆਂ ਮੌਕੇ ਦੇ ਰਾਜੇ ਨੂੰ। ਝੂਠੋ ਪਿਓ ਬੇਨਵਾ ਜਬੈ ਸਬਨ ਪ੍ਰਤੀਤ ਧਰੀ ਉਰ ਤਬੈ। ਔਰ ਰਾਜੇ ਦੇ ਸਾਹਮਣੇ ਜਿਹੜੇ ਬੇਨਵੇ ਸਨ ਉਹ ਝੂਠੇ ਪੈ ਗਏ, ਔਰ ਜਦੋਂ ਸਾਹਮਣੇ ਰੱਖ ਦਿੱਤਾ ਸਬੂਤ ਕੱਢ ਕੇ, ਗੁਰੂ ਦੇਹਰਾ ਬਰਜ ਨਿਵਾਇਓ ਅਬਲੋ ਜਾਹਰ ਖਰੋ ਦਿਖਾਇਓ। ਜਿੱਥੇ ਅੱਜ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਇਹਨਾਂ ਅਸਥਾਨਾਂ ਨੂੰ ਨਵੇਂ ਸਿਰਿਓਂ ਖਾਲਸਾ ਪੰਥ ਨੇ ਫਿਰ ਤਿਆਰ ਕੀਤਾ ਹੈ। ਬੀਜ ਬਾਜ਼ਾਰ ਸਥਾਨ ਤਹਿਲੀਨਾ ਗੁਰੂ ਬੈਠ ਜੈ ਕਾਰਨ ਕੀਨਾ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਸੀਗੀ, ਉਸ ਜਗ੍ਹਾ ਦੇ ਉੱਤੇ ਅਸਥਾਨ ਭਾਵ ਜਗ੍ਹਾ ਖਰੀਦ ਕੇ ਇਨ ਤੇ ਆਦ ਅਪਰ ਥਲ ਗੁਰ ਕੇ ਜਾਹਰ ਕਰੇ ਉਤੇ ਜੋ ਤੁਰ ਕੇ। ਇਹ ਦੋ ਤਾਂ ਮੇਨ ਵੱਡੇ ਸਥਾਨ ਹੈ, ਹੋਰ ਵੀ ਛੋਟੇ ਛੋਟੇ ਸਥਾਨ ਜਿੱਥੇ ਜਿੱਥੇ ਗੁਰੂਆਂ ਦੇ ਚਰਨ ਪਏ ਆ। ਜਾਂ 8ਵੇਂ ਪਾਤਸ਼ਾਹ ਜੀ ਦੇ ਜਿਹੜੇ ਸਥਾਨ ਸਨ, ਜਿੱਥੇ ਉਹਨਾਂ ਨੇ ਸਰੀਰ ਤਿਆਗਿਆ ਜਮਨਾ ਦੇ ਕਿਨਾਰੇ, ਜਾਂ ਜਿੱਥੇ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ, ਇਹ ਜਿਹੜਾ ਰਾਜਾ ਜੈ ਸਿੰਘ ਦਾ ਬੰਗਲਾ ਸੀਗਾ, ਇੱਥੇ ਚਸ਼ਮਾ ਕੱਢਿਆ ਜਲ ਦਾ। ਉਸ ਵੇਲੇ ਗੁਰੂ ਪਿਆਰੋ ਚੇਚਕ ਦੀ ਜਿਹੜੀ ਬਿਮਾਰੀ ਸੀ ਉਹਨੂੰ ਖਤਮ ਕਰਨ ਦੇ ਲਈ ਇਹ ਸਾਰੇ ਸਥਾਨਾਂ ਨੇ ਫਿਰ ਖਾਲਸਾ ਪੰਥ ਨੇ ਨਵੇਂ ਸਿਰਿਓਂ ਤਮੀਰ ਕਰਾਏ, ਤਿਆਰ ਕਰਾਏ, ਦੁਬਾਰਾ ਫਿਰ ਬਣਾ ਲਏ ਜੀ। ਸ਼੍ਰੀ ਆਨੰਦਪੁਰ ਜਿਮ ਬਸਿਓ ਸ਼ਰੋਤਾ ਸੁਨੋ ਪ੍ਰਸੰਗ। ਹੁਣ ਅਗਲਾ ਪ੍ਰਸੰਗ ਭਾਈ ਸਾਹਿਬ ਦੱਸਦੇ ਆ ਵੀ ਆਨੰਦਪੁਰ ਸਾਹਿਬ ਨੂੰ ਦੁਬਾਰਾ ਵਸਾਉਣਾ ਕੀਤਾ, ਕਿਉਂਕਿ ਜਿਸ ਵੇਲੇ ਇੱਥੋਂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਕਿਲ੍ਹਾ ਛੱਡ ਕੇ ਚਲੇ ਗਏ, ਉਸ ਤੋਂ ਬਾਅਦ ਪਹਾੜੀਆਂ ਦਾ, ਮੁਗਲਾਂ ਦਾ, ਤੁਰਕਾਂ ਦਾ ਜ਼ੋਰ ਪੈ ਗਿਆ। ਉਹਨਾਂ ਨੇ ਇਹ ਸਥਾਨ ਆਪਣੇ ਕਬਜ਼ੇ ਵਿੱਚ ਕਰ ਲਿਆ, ਔਰ ਇੱਥੋਂ ਜਿਹੜੀਆਂ ਮੇਨ ਬਿਲਡਿੰਗਾਂ ਸਨ ਸਤਿਗੁਰਾਂ ਦੀਆਂ, ਉਹਨਾਂ ਨੂੰ ਇਹਨਾਂ ਨੇ ਵਿਸਵਾ ਦਿੱਤਾ। ਕਿਲ੍ਹੇ ਪੰਜੇ ਉਸੇ ਤਰ੍ਹਾਂ ਬਣੇ ਰਹੇ, ਕਿਲ੍ਹੇ ਉਹੀ ਪੁਰਾਣੇ ਹਨ ਜਿਹੜੇ ਸਤਿਗੁਰਾਂ ਨੇ ਬਣਵਾਏ ਸਨ, ਔਰ ਇਹ ਬਿਲਡਿੰਗਾਂ ਵਿੱਚੋਂ ਇਹਨਾਂ ਨੇ ਵਿਸਵਾ ਦਿੱਤੀਆਂ, ਅਲੋਪ ਕਰ ਦਿੱਤੀਆਂ। ਹੁਣ ਖਾਲਸਾ ਪੰਥ ਜਦੋਂ ਗੁਰੂ ਪਿਆਰਿਓ ਇਸ ਆਨੰਦਪੁਰ ਸਾਹਿਬ ਦੇ ਇਸ ਅਸਥਾਨ ਨੂੰ ਕਿਵੇਂ ਵਸਾਉਂਦਾ, ਇਹ ਅੱਗੇ ਪੜ੍ਹੀਏ ਜੀ। ਬਾਨ ਪੈਸ ਦਸਵੇਂ ਗੁਰੂ ਬਾਕ ਕਹਿਓ ਜਿਸ ਢੰਗ। ਔਰ ਇੱਕ ਬਚਨ 10ਵੇਂ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਕੀਤਾ ਸੀਗਾ। ਪਟਨਾ ਸਾਹਿਬ ਦੇ ਇੱਕ ਬਚਨ ਕੀਤਾ ਸੀਗਾ, ਜਿਸ ਵੇਲੇ ਚੌਪਈ ਛੀਟਨ ਸੰਗ ਫਿਰੇ ਬਹੁ ਬਾਲਕ ਭਾਗ ਗੁਲਾਬ ਰਾਏ ਤਤਕਾਲਕ। ਜਦੋਂ ਸਤਿਗੁਰੂ ਪਾਤਸ਼ਾਹ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸੀ ਬਚਪਨ ਵਿੱਚ, ਇਹਨਾਂ ਦੇ ਨਾਲ ਬਹੁਤ ਸਾਰੇ ਬੱਚੇ ਹੁੰਦੇ ਸਨ ਸਾਥੀ ਬਚਪਨ ਦੇ, ਜਿਨ੍ਹਾਂ ਦੇ ਵਿੱਚ ਇੱਕ ਗੁਲਾਬ ਰਾਏ ਨਾਮ ਦਾ ਵੀ ਇਹਨਾਂ ਦਾ ਬਚਪਨ ਦਾ ਇਹਨਾਂ ਦਾ ਹਮ ਉਮਰ ਸਾਥੀ ਸੀ। ਇਹ ਪਗਿਆ ਗੁਰ ਕੀ ਸਿਰ ਧਰੇ ਫਿਰੇ ਕਛੂ ਨ ਜਾਣੀ ਪਰੇ। ਹੁਣ ਕੀ ਸੀ, ਇਹ ਇੱਕ ਬੱਚਿਆਂ ਦੀ ਖੇਡ ਦੀ ਲੜਾਈ ਸੀ, ਇੱਕ ਦੂਜੇ ਤੇ ਪਾਣੀ ਦੇ ਛਿੱਟੇ ਮਾਰਨੇ। ਜਦੋਂ ਪਾਣੀ ਦੇ ਛਿੱਟੇ ਇੱਕ ਦੂਜੇ ਤੇ ਮਾਰਨੇ, ਤੇ ਇਸ ਤਰ੍ਹਾਂ ਗੁਰੂ ਪਿਆਰਿਓ ਗੰਗਾ ਦੇ ਕਿਨਾਰੇ ਤੇ ਖੇਡਦੇ ਆ, ਭੱਜ ਦੌੜ ਕਰਨੀ, ਜੋ ਬਚਪਨ ਦੀ ਚੰਚਲਤਾ ਹੁੰਦੀ ਹੈ ਉਸ ਮੁਤਾਬਕ। ਤੇ ਫਿਰ ਜਦੋਂ ਨਿਕਲ ਕੇ ਭੱਜਣਾ, ਤੇ ਜਿਹੜੇ ਗੰਗਾ ਦੇ ਕਿਨਾਰੇ ਲਾ ਕੇ ਕੱਪੜੇ ਰੱਖੇ ਹੁੰਦੇ, ਭੱਜੇ ਜਾਂਦੇ, ਚੱਕ ਕੇ ਭੱਜਣਾ। ਇਸ ਤਰ੍ਹਾਂ ਇੱਕ ਦਿਨ ਦੀ ਗੱਲ ਹੈ। ਆਪਰ ਨਰਨ ਸੋ ਬਰਜਨ ਕਰਿਓ ਸਤ ਦਰਮੇ ਸਤਿਗੁਰ ਨੇ ਹਰਿਓ। ਇਹ ਜਿਹੜਾ ਗੁਲਾਬ ਰਾਏ ਸੀਗਾ ਸਤਿਗੁਰਾਂ ਦਾ ਹਮ ਉਮਰ, ਇਹ ਵੀ ਵਿੱਚ ਹੈ। ਤੇ ਜਿਸ ਵੇਲੇ ਇੱਕ ਦੂਜੇ ਤੇ ਛਿੱਟੇ ਪਾ ਕੇ ਭੱਜਦੇ ਹਨ, ਤੇ ਗੁਲਾਬ ਰਾਏ ਨੇ ਭੱਜਦੇ ਭੱਜਦੇ ਪੱਗ ਚੱਕੀ ਹੈ। ਛੋਟੀਆਂ ਛੋਟੀਆਂ ਪੱਗਾਂ ਉਸੇ ਤਰ੍ਹਾਂ ਲਾ ਕੇ ਰੱਖ ਦਿੰਦੇ ਬੱਚੇ, ਤੇ ਉਹ ਜਾਂਦੇ ਜਾਂਦੇ ਪੱਗ ਚੱਕੀ, ਤੇ ਪੱਗ ਨੇ ਚੱਕ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲੀ। ਕਾਲੀ ਕਾਲੀ 'ਚ ਭੱਜਦੇ ਭੱਜਦੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸੀ, ਉਹ ਇਸ਼ਨਾਨ ਕਰਦੇ ਗੰਗਾ ਦੇ ਵਿੱਚ ਭੱਜੇ ਇੱਕ ਦੂਜੇ ਦੇ ਮਗਰ, ਤੇ ਉਹਨੇ ਪੱਗ ਚੱਕ ਲਈ। ਦੂਜੇ ਕਹਿਣ ਲੱਗੇ, ਓਏ ਇਹ ਤਾਂ ਗੁਰੂ ਸਾਹਿਬ ਦੀ ਪੱਗ ਹੈ, ਰੱਖ ਦੇ। ਕਹਿਓ ਰਹਿਣ ਦੋਏ ਹੋਏ ਸਮ ਸਮੈ ਗੁਰਤਾ ਪਾਗ ਅਰਪ ਹੈ ਤੁਮੈ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਰੱਖ ਲਾ, ਇੱਕ ਸਮਾਂ ਆਊਗਾ ਤੈਨੂੰ ਵੀ ਮੈਂ ਪੱਗ ਦੇਊਂਗਾ ਗੁਰਤਾ ਦੀ। ਕਹੋ ਸਤਿਨਾਮ। ਬਚਪਨ ਦੇ ਵਿੱਚ ਇਹ ਬਚਨ ਹੋਏ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖ ਚੋਂ ਨਿਕਲੇ। ਗੁਲਾਬ ਰਾਏ ਨੂੰ ਕਹਿੰਦੇ ਕੋਈ ਨਹੀਂ, ਚੱਲ ਹੁਣ ਰੱਖ ਲੈ, ਤੈਨੂੰ ਮੈਂ ਇਹ ਪੱਗ ਦੇਊਂਗਾ ਆਉਣ ਵਾਲੇ ਸਮੇਂ। ਇਹ ਬਚ ਸੱਚ ਹੋਏ ਚਹਿ ਜਾਣੇ ਜਬ ਆਨੰਦਪੁਰ ਤਿਆਗ ਪਿਆਨੇ। ਔਰ ਇਹ ਬਚਨ ਹੁਣ ਪੂਰਾ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਛੱਡ ਕੇ
ਚਲੇ ਜਾਂਦੇ ਹਨ। श्याम सिंह अर राय गुलाब हो तो संग पा जंग अजाब। ਔਰ ਇਹ ਸ਼ਿਆਮ ਰਾਏ ਤੇ ਗੁਲਾਬ ਰਾਏ ਸਤਿਗੁਰਾਂ ਦੇ ਨਾਲ ਹੀ ਪਟਨਾ ਸਾਹਿਬ ਚੋਂ ਇੱਧਰ ਆ ਗਏ। ਜਦੋਂ ਨੌਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਸਾ ਲਿਆ ਤੇ ਇੱਧਰ ਸਤਿਗੁਰੂ ਪਾਤਸ਼ਾਹ ਜੀ 5 ਸਾਲ ਦੇ ਹੋ ਗਏ ਤੇ ਕਿੱਦਣ ਦੇ ਉਡੀਕ ਰਹੇ ਸੀ ਕਦੋਂ ਪਿਤਾ ਜੀ ਸੁਨੇਹਾ ਭੇਜਣ ਤੇ ਅਸੀਂ ਆਪਣੇ ਇਲਾਕੇ ਵਿੱਚ ਜਾਈਏ। ਤਾਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਨੂੰ ਬੁਲਾ ਲਿਆ ਹੈ ਅਨੰਦਪੁਰ ਸਾਹਿਬ। ਉਹ ਗੁਲਾਬ ਰਾਏ, ਸ਼ਿਆਮ ਰਾਏ, ਬਚਪਨ ਦੇ ਸਾਥੀ, ਹੋਰ ਬਹੁਤ ਸਾਰੇ ਜਿਵੇਂ ਭਾਈ ਜੈਤਾ, ਭਾਈ ਸੰਗਤ ਸਿੰਘ, ਇਹ ਸਾਰੇ ਸਤਿਗੁਰਾਂ ਦੇ ਹਮ ਉਮਰ ਹਮ ਜਮਾਤੀ ਬਚਪਨ ਦੇ ਸਾਥੀ ਸਨ ਗੁਰੂ ਪਿਆਰਿਓ। ਇਹ ਸਾਰੇ ਅਨੰਦਪੁਰ ਸਾਹਿਬ ਆ ਗਏ, ਇੱਥੇ ਵਸਣ ਲੱਗੇ। ਔਰ ਇਹ ਗੁਲਾਬ ਰਾਏ, ਸ਼ਿਆਮ ਰਾਏ ਨੇ ਜਿਹੜੀਆਂ ਸਤਿਗੁਰਾਂ ਨੇ ਜੰਗਾਂ ਕੀਤੀਆਂ, ਪੌਂਟਾ ਸਾਹਿਬ ਦੀ ਜੰਗ, ਭੰਗਾਣੀ ਦੀ ਜੰਗ, ਹੋਰ ਜੰਗਾਂ ਕੀਤੀਆਂ, ਇਹਨਾਂ ਜੰਗਾਂ ਦੇ ਵਿੱਚ ਵੀ ਗੁਲਾਬ ਰਾਏ ਹੋਰਾਂ ਨੇ ਹਿੱਸਾ ਲਿਆ। इनके देश श्री सतगुर हीरा लिखियो हुक्मनामा तिस बेरा। ਜਿਸ ਵੇਲੇ ਅਨੰਦਪੁਰ ਸਾਹਿਬ ਛੱਡਣ ਲੱਗੇ ਸਤਿਗੁਰਾਂ ਨੇ ਆਉਣ ਵਾਲਾ ਸਮਾਂ ਜਾਣ ਕੇ ਅਨੰਦਪੁਰ ਛੱਡਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਵੱਲ ਦੇਖਿਆ ਤੇ ਦੇਖ ਕੇ ਕੀ ਕਹਿੰਦੇ, नाहनेश राजे की साथ लिख दे प्रात पठी तहनाथ। ਇਹਨਾਂ ਦੋਹਾਂ ਭਰਾਵਾਂ ਨੂੰ ਸਤਿਗੁਰਾਂ ਨੇ ਇੱਕ ਹੁਕਮਨਾਮਾ ਲਿਖ ਕੇ ਦਿੱਤਾ, ਇੱਕ ਚਿੱਠੀ ਲਿਖ ਕੇ ਦਿੱਤੀ ਆ। ਕਹਿੰਦੇ ਸਾਡੀ ਇਹ ਚਿੱਠੀ ਲੈ ਕੇ ਜਾਓ ਪੌਂਟਾ ਸਾਹਿਬ ਦੇ ਰਾਜੇ ਕੋਲੇ, ਨਾਹਨ ਦੇ ਰਾਜੇ ਕੋਲੇ। ਨਾਹਨ ਦਾ ਰਾਜਾ ਹੀ ਪਿਆਰ ਕਰਦਾ ਸੀ ਨਾ। ਜਦੋਂ ਭੀਮ ਚੰਦ ਵਰਗੇ ਪਹਾੜੀਏ ਰਾਜੇ ਸਤਿਗੁਰਾਂ ਦੇ ਐਂਟੀ ਸਨ, ਉਸ ਵੇਲੇ ਨਾਹਨ ਦਾ ਰਾਜਾ ਜਿਹੜਾ ਸੀਗਾ ਗੁਰੂ ਪਿਆਰਿਓ, ਉਸ ਨੂੰ ਪਤਾ ਲੱਗਿਆ ਤੇ ਉਹਨੇ ਇੱਛਾ ਕੀਤੀ ਮੈਂ ਗੁਰੂ ਸਾਹਿਬ ਦੇ ਚਰਨ ਆਪਣੇ ਇਲਾਕੇ ਵਿੱਚ ਪਵਾਵਾਂ। ਤੇ ਉਹਨੇ ਆ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੇਰੇ ਨਾਹਨ ਇਲਾਕੇ ਦੇ ਵਿੱਚ ਵੀ ਚਰਨ ਪਾ ਕੇ ਗ੍ਰਹਿ ਪਵਿੱਤਰ ਕਰੋ ਸਾਡੇ। ਤੇ ਸਤਿਗੁਰੂ ਪਾਤਸ਼ਾਹ ਜੀ ਉਹਦੀ ਗੱਲ ਸੁਣ ਕੇ ਬਾਕੀ ਪਰਿਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡ ਕੇ ਉਸ ਰਾਜੇ ਦੇ ਨਾਲ ਨਾਹਨ ਦੇ ਵੱਲ ਚਲੇ ਗਏ। ਤੇ ਰਾਜੇ ਦੀ ਇੱਛਾ ਹੋਈ ਕਿ ਉੱਥੇ ਭੀਮ ਚੰਦ ਵਰਗੇ ਲੜਾਈਆਂ ਕਰਦੇ ਰਹਿੰਦੇ ਆ, ਕਿਉਂ ਨਾ ਮੈਂ ਗੁਰੂ ਸਾਹਿਬ ਨੂੰ ਆਪਣੇ ਇਲਾਕੇ 'ਚ ਹੀ ਵਸਾ ਲਵਾਂ। ਉਹਨੇ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਸਾਡੇ ਇਸ ਇਲਾਕੇ 'ਚ ਹੀ ਰਿਹਾਇਸ਼ ਕਰ ਲਓ ਪੱਕੀ, ਜਿਹੜੀ ਜਗ੍ਹਾ ਤੁਹਾਨੂੰ ਚੰਗੀ ਲੱਗਦੀ ਆ ਮੈਂ ਉੱਥੇ ਤੁਹਾਡੇ ਮਹਿਲ ਬਣਵਾ ਦੇਵਾਂਗਾ, ਘਰ ਬਣਵਾ ਦੇਵਾਂਗਾ, ਤੁਸੀਂ ਇਸ ਇਲਾਕੇ 'ਚ ਰਹੋ ਸਾਡੇ ਕੋਲ। ਸਤਿਗੁਰੂ ਪਾਤਸ਼ਾਹ ਕਹਿੰਦੇ ਠੀਕ ਆ ਭਾਈ। ਤੇ ਪਾਤਸ਼ਾਹ ਜੀ ਸੁੰਦਰ ਅਸਥਾਨ ਦੇਖਣ ਲੱਗੇ ਘੁੰਮ ਕੇ ਇੱਧਰ ਉੱਧਰ, ਤੇ ਜਮਨਾ ਦੇ ਕਿਨਾਰੇ ਤੇ ਪਾਤਸ਼ਾਹ ਜੀ ਨੂੰ ਉਹ ਜਗ੍ਹਾ ਬੜੀ ਪਸੰਦ ਆਈ। ਘੋੜੇ ਤੇ ਬੈਠੇ ਹੋਏ ਜਾ ਰਹੇ ਸੀਗੇ, ਉਹ ਜਮਨਾ ਦਾ ਕਿਨਾਰਾ ਪਸੰਦ ਆਇਆ ਤੇ ਪਾਤਸ਼ਾਹ ਰਾਜੇ ਨੂੰ ਕਹਿਣ ਲੱਗੇ ਵੀ ਆਹ ਜਗ੍ਹਾ ਠੀਕ ਆ, ਇੱਥੇ ਠੀਕ ਆ। ਪਾਣੀ ਦਾ ਕਿਨਾਰਾ ਸਤਿਗੁਰਾਂ ਨੇ ਹਰ ਥਾਂ ਤੇ ਵੇਖਿਆ, ਕਿਉਂਕਿ ਪਾਣੀ ਮਨੁੱਖ ਦੀ ਖਾਸ ਲੋੜ ਹੈ, ਪਾਣੀ ਪਿਤਾ ਜਗਤ ਦਾ। ਤੇ ਜਿਸ ਵੇਲੇ ਸਤਿਗੁਰਾਂ ਨੇ ਘੋੜੇ ਤੋਂ ਉਤਰ ਕੇ ਉੱਥੇ ਪੈਰ ਰੱਖੇ ਥੱਲੇ ਧਰਤੀ ਤੇ, ਪਾਉ ਟਿਕਾਇਆ ਜਿੱਥੇ ਜਾ ਕੇ ਉਤਰੇ, ਕਹਿੰਦੇ ਆਹ ਠੀਕ ਆ। ਤੇ ਉਸੇ ਸਥਾਨ ਤੇ ਰਾਜੇ ਨੇ ਫਿਰ ਗੁਰੂ ਪਿਆਰਿਓ ਸਤਿਗੁਰਾਂ ਦੇ ਮਹਿਲ ਬਣਵਾਉਣੇ ਸ਼ੁਰੂ ਕੀਤੇ, ਰਿਹਾਇਸ਼ ਕਰਵਾ ਦਿੱਤੀ। ਤਾਂ ਪਾਉ ਟਿਕਾਣ ਪੈਰ ਰੱਖਣ ਨੂੰ ਕਹਿੰਦੇ ਆ ਪੌਂਟਾ ਸਾਹਿਬ। ਉੱਥੇ ਪੌਂਟਾ ਸਾਹਿਬ ਵਸਿਆ, ਉੱਥੇ ਹੀ ਭੀਮ ਚੰਦ ਦੇ ਨਾਲ ਜੰਗ ਹੋਇਆ ਭੰਗਾਣੀ ਵਾਲਾ, ਕਿਉਂਕਿ ਇਸ ਦੇ ਨਾਲ ਪਹਿਲਾਂ ਵਿਗੜ ਚੁੱਕੀ ਸੀ। ਜਿਹੜੀਆਂ ਵਸਤੂਆਂ ਪੰਜ ਕਲਾ ਸ਼ਾਸਤਰ, ਚਿੱਟਾ ਹਾਥੀ, ਗੁਰੂ ਪਿਆਰੋ ਇਹ 5 ਚੀਜ਼ਾਂ ਇੱਕ ਰਾਜਾ ਸਤਿਗੁਰਾਂ ਨੂੰ ਭੇਟ ਕਰ ਗਿਆ ਸੀਗਾ। ਗੁਰੂ ਪਿਆਰਿਓ 1.25 ਲੱਖ ਦਾ ਇੱਕ ਚੰਦੋਆ ਬੜਾ ਕੀਮਤੀ ਸਤਿਗੁਰੂ ਕਿਸੇ ਕਿਸੇ ਵਧੀਆ ਸਮੇਂ 'ਤੇ ਲਾਉਂਦੇ ਸਨ ਜਦੋਂ ਕੋਈ ਵੱਡੇ ਇਕੱਠ ਹੁੰਦੇ ਸਨ। ਤੇ ਭੀਮ ਚੰਦ ਰਾਜਾ ਇੱਕ ਵਾਰੀ ਮਿਲਣ ਵਾਸਤੇ ਆਇਆ ਤੇ ਵਸਤੂਆਂ ਦੇਖ ਕੇ ਹੈਰਾਨ ਹੋ ਗਿਆ ਤੇ ਸੋਚਦਾ ਇਹ ਸਮਾਨ ਸਾਧਾਂ ਕੋਲੇ ਕੀ ਕੰਮ, ਇਹ ਤਾਂ ਸਾਡੇ ਵਰਗੇ ਰਾਜਿਆਂ ਕੋਲੇ ਚਾਹੀਦਾ। ਉਹਨੂੰ ਇਹ ਨਹੀਂ ਪਤਾ ਵੀ ਇਹ ਰਾਜਿਆਂ ਦਾ ਰਾਜਾ ਕਹੋ ਸਤਨਾਮ ਸੀ। ਤੇ ਉਸ ਨੇ 5 ਵਸਤੂਆਂ ਪ੍ਰਾਪਤ ਕਰਨ ਵਾਸਤੇ ਕੀ ਕੀਤਾ, ਗੁਰੂ ਸਾਹਿਬ ਦੇ ਕੋਲ ਚਤਰਾਈ ਦੇ ਨਾਲ, ਚਲਾਕੀ ਦੇ ਨਾਲ ਆਪਣਾ ਵਜ਼ੀਰ ਭੇਜਿਆ ਵੀ ਸਾਨੂੰ ਤੁਹਾਡੇ ਜਿਹੜੇ ਆ ਚਿੱਟਾ ਹਾਥੀ ਹੈ, 5 ਕਲਾ ਸ਼ਾਸਤਰ ਹੈ ਤੇ ਤੰਬੂ ਹੈ ਕੀਮਤੀ। ਉਹ ਤੰਬੂ ਦੱਸਦਾ ਹੈ ਸਤਿਗੁਰਾਂ ਦਾ ਉਹ ਚੰਦੋਆ, ਜਿਹਦੇ ਵਿੱਚ ਕਾਫੀ ਸੰਗਤ ਵੀ ਬੈਠ ਜਾਂਦੀ ਆ ਔਰ ਸਤਿਗੁਰਾਂ ਦਾ ਆਸਨ ਵੀ ਹੈ।
ਇਹ ਸਾਨੂੰ ਕਹਿੰਦੇ ਮੰਗਵਾ ਦੇ ਦਿਓ, ਸਾਡੇ ਲੜਕੇ ਦਾ ਵਿਆਹ ਹੈ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਵਾਂਗਾ, ਮੇਰੀ ਟੌਰ ਬਣ ਜੂਗੀ। ਤੇ ਪਾਤਸ਼ਾਹ ਜਾਨੀ ਜਾਣ ਜਾਣਦੇ ਆ ਵੀ ਇਹਨੇ ਲੈ ਕੇ ਤੇ ਮੁੜ ਕੇ ਮੋੜਨਾ ਨਹੀਂਗਾ। ਤੇ ਪਾਤਸ਼ਾਹ ਕਹਿੰਦੇ ਗੱਲ ਆ ਬਈ ਇਹ ਹੈਗਾ ਸੰਗਤ ਦਾ ਸਮਾਨ, ਜਿਹੜੀ ਕੋਈ ਸਾਡੀ ਵਸਤੂ ਆ ਤਾਂ ਅਸੀਂ ਦੇ ਸਕਦੇ ਹਾਂ, ਪਰ ਸੰਗਤ ਨੇ ਕਿਹਾ ਵੀ ਇਹ ਸਾਡੀ ਵਸਤੂ ਤੁਸੀਂ ਹੀ ਵਰਤਣੀ ਆ, ਹੋਰ ਨਹੀਂ ਕਿਸੇ ਨੂੰ ਦੇਣੀ, ਇਸ ਕਰਕੇ ਵਸਤੂਆਂ ਨਹੀਂ ਦੇਣੀਆਂ। ਰਾਜੇ ਨੇ ਚਲਾਕੀ ਨਾਲ ਸਮਾਨ ਲੈਣਾ ਚਾਹਿਆ, ਪਾਤਸ਼ਾਹ ਨੇ ਦਿੱਤਾ ਨਹੀਂਗਾ। ਤਾਂ ਮਾਤਾ ਜੀ ਹੋਰਾਂ ਦੇ ਕੋਲ ਗੱਲ ਪਹੁੰਚ ਗਈ। ਮਾਰ ਕਹਿੰਦੇ ਚੱਲ ਕੋਈ ਨਹੀਂ, ਦੇ ਦਿਓ, ਮੋੜ ਦੂਗਾ। ਮਾਤਾ ਜੀ ਇਹਦੇ ਨਾਲ ਵਿਗੜਨੀ ਹੈ, ਸਮਾਨ ਦੇਣ ਤੋਂ ਬਾਅਦ ਵੀ ਵਿਗੜਨੀ ਹੈ, ਪਹਿਲੇ ਵਿਗਾੜ ਲੈਂਦੇ ਆ। ਕਹੋ ਸਤਨਾਮ, ਵਿਗੜਨੀ ਤਾਂ ਬਾਅਦ 'ਚ ਵੀ ਆ। ਜੇ ਕੋਈ ਰਿਸ਼ਤੇਦਾਰ ਨੂੰ ਗੁਰੂ ਪਿਆਰੋ ਮਿਲਣੋਂ ਹਟਾਉਣਾ ਹੋਵੇ ਤੇ 5-7-10,000 ਰੁਪਈਆ ਦੇ ਦਿਓ, ਮੁੜ ਕੇ ਨਾ ਮੋੜੇ ਤੇ ਨਾ ਮਿਲਣਾ ਆਵੇ। ਕਹੋ ਸਤਨਾਮ। ਇਹੀ ਇਰਾਦਾ ਉਹਦਾ ਸੀ ਵੀ ਸਮਾਨ ਲੈ ਜਾ, ਮੁੜ ਕੇ ਮੈਂ ਵਿਗੜ ਜਾਊਂਗਾ, ਪਰ ਪਾਤਸ਼ਾਹ ਨੇ ਪਹਿਲੇ ਵਿਗਾੜ ਲਈ ਹੈ, ਸਮਾਨ ਕਿਉਂ ਦੇਣਾ। ਇਸ ਕਰਕੇ ਨਾਹਨ ਦਾ ਰਾਜਾ ਜਿਹੜਾ ਉਹ ਸਤਿਗੁਰਾਂ ਦਾ ਬਹੁਤ ਪਿਆਰਾ ਮਿੱਤਰ ਬਣ ਚੁੱਕਿਆ ਸੀਗਾ, ਔਰ ਨਾਹਨ ਦਾ ਰਾਜੇ ਦੇ ਨਾਲ ਇਹ ਭੀਮ ਚੰਦ ਵਰਗੇ ਐਂਟੀ ਵੀ ਹੋ ਗਏ ਸੀ। ਤੇ ਹੁਣ ਸਤਿਗੁਰਾਂ ਨੇ ਆਨੰਦਪੁਰ ਛੱਡਣ ਤੋਂ ਪਹਿਲਾਂ ਆਉਣ ਵਾਲਾ ਸਮਾਂ ਵਿਚਾਰ ਕੇ ਵੀ ਇਸ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਿਹੜਾ ਕਰੇਗਾ, ਇਹ ਸੋਚ ਕਰਕੇ ਸਤਿਗੁਰਾਂ ਨੇ ਇਹ ਦੋ ਸਿੱਖਾਂ ਨੂੰ ਜੰਗਾਂ ਤੋਂ ਕੱਢ ਦਿੱਤਾ ਬਾਹਰ। ਗੁਲਾਬ ਰਾਏ ਤੇ ਸ਼ਿਆਮ ਰਾਏ ਦੋਨੇ ਭਰਾ ਹਨ। ਇਹਨਾਂ ਨੂੰ ਗੁਰੂ ਪਿਆਰਿਓ ਇੱਕ ਲਿਖ ਕੇ ਹੁਕਮਨਾਮਾ ਦਿੱਤਾ ਹੈ, ਉਸ ਨਾਹਨ ਦੇ ਰਾਜੇ ਕੋਲ ਭੇਜਦੇ ਹਨ। ਤੇ ਕੀ ਕਹਿੰਦੇ ਆ? ਤੁਰਕਨ ਸੰਗ ਬਿਗਾਰ ਹਮਾਰੇ, ਰਾਖੋ ਰਾਜ ਨਿਜ ਵਿਖੇ ਸੁਖਾਰੇ। ਸਾਡਾ ਤੁਰਕਾਂ ਦੇ ਨਾਲ ਗੱਲ ਵਿਗੜ ਗਈ ਹੈ, ਸਾਡੀ ਤੁਰਕਾਂ ਦੇ ਨਾਲ ਲੜਾਈਆਂ ਹੋ ਰਹੀਆਂ ਹੈ। ਰਾਜਾ ਸਾਹਿਬ, ਮੈਂ ਤੈਨੂੰ ਇਹ ਕਹਿੰਦਾ ਹਾਂ ਕਿ ਸਾਡੇ ਉਹ ਦੋ ਸਿੱਖ ਜਿਹੜੇ ਤੇਰੇ ਕੋਲ ਚਿੱਠੀ ਲੈ ਕੇ ਸਾਡੀ ਆ ਰਹੇ ਨੇ, ਇਹਨਾਂ ਨੂੰ ਆਪਣੇ ਰਾਜ ਵਿੱਚ ਸੰਭਾਲ ਕੇ ਰੱਖ। ਇਹਨਾਂ ਦੀ ਅੱਗੇ ਲੋੜ ਪੈਣੀ ਹੈ ਨਾ, ਇਸ ਕਰਕੇ ਜੰਗ ਚੋਂ ਬਾਹਰ ਕੱਢ ਦਿੱਤੇ। ਇਹਨਾਂ ਨੂੰ ਆਪਣੇ ਕੋਲ ਸੌਖੇ ਰੱਖ, ਭਾਵ ਇਹਨਾਂ ਦੀ ਸੇਵਾ ਸੰਭਾਲ ਕਰੋ। ਦੇਕਰ ਦੋਨੋਂ ਭਰਾਤ ਸਿਧਾਰੇ, ਔਰ ਸਕਲ ਆਪਣੋ ਪਰਿਵਾਰੇ। ਔਰ ਇਹ ਦੋਨੇ ਭਰਾ ਗੁਲਾਬ ਰਾਏ ਤੇ ਸ਼ਿਆਮ ਸਿੰਘ, ਇਹ ਦੋਨੇ ਜਣੇ ਗੁਰੂ ਪਿਆਰੋ ਆਪਣੇ ਪਰਿਵਾਰਾਂ ਨੂੰ ਲੈ ਕੇ, ਕਿਉਂਕਿ ਇਹਨਾਂ ਦੀਆਂ ਅੱਗੇ ਸ਼ਾਦੀਆਂ ਹੋ ਗਈਆਂ ਹੋਣਗੀਆਂ, ਇਹਨਾਂ ਦੇ ਬੱਚੇ ਵੀ ਹੋਏ, ਤੇ ਇਹ ਆਪਣੇ ਪਰਿਵਾਰਾਂ ਨੂੰ ਲੈ ਕੇ ਸਤਿਗੁਰਾਂ ਦਾ ਹੁਕਮਨਾਮਾ ਲੈ ਕਰਕੇ ਨਾਹਨ ਦੇ ਰਾਜੇ ਕੋਲ ਚਲੇ ਗਏ। ਨਾਹਨੇ ਸਿੱਕੇ ਦਿਗ ਜਬ ਗਏ, ਦੋਇ ਹੁਕਮਨਾਮਾ ਥਿਰ ਪਏ। ਔਰ ਇਹਨਾਂ ਨੇ ਜਾ ਕੇ ਗੁਰੂ ਕਾ ਬਖਸ਼ਿਆ ਉਹ ਚਿੱਠੀ, ਉਹ ਹੁਕਮਨਾਮਾ ਨਾਹਨ ਦੇ ਰਾਜੇ ਨੂੰ ਦਿੱਤਾ ਹੈ। ਨਾਹਨ ਦੇ ਰਾਜੇ ਨੇ ਗੁਰੂ ਕੇ ਸੈਨ ਵੇਖੇ ਆ, ਗੁਰੂ ਦੀ ਚਿੱਠੀ ਵੇਖੀ ਆ, ਮੱਥੇ ਲਾਉਂਦਾ ਤੇ ਪੜ੍ਹਦਾ ਹੈ। ਏਕ ਕੂਪ ਪੜ ਕਰ ਬਿਲਾਖੇ, ਗਿਰਵੀ ਗ੍ਰਾਮ ਨਾਮ ਦੇ ਰਾਖੇ। ਔਰ ਗੁਰੂ ਪਿਆਰਿਓ, ਰਾਜੇ ਨੇ ਵੀ ਸਤਿਗੁਰਾਂ ਦੇ ਉਸ ਹੁਕਮਨਾਮੇ ਦਾ ਸਤਿਕਾਰ ਕਰਦਿਆਂ ਹੋਇਆਂ ਇਹਨਾਂ ਦੋਨਾਂ ਨੂੰ 2 ਪਿੰਡ ਦੇ ਦਿੱਤੇ ਆ, ਕਿਉਂ ਖਰਚਾ ਤਾਂ ਚਾਹੀਦਾ ਆਮਦਨ। 2 ਪਿੰਡ ਦੇ ਕਰਕੇ ਇਹਨਾਂ ਦੋਹਾਂ ਭਰਾਵਾਂ ਨੂੰ ਉੱਥੇ ਵਸਾ ਦਿੱਤਾ ਹੈ ਜੀ। ਸਿਹਤ ਕੁਟੰਬ ਰਹੇ ਸੁਖ ਪਾਏ, ਤਿਸੀ ਗ੍ਰਾਮ ਮੈਂ ਧਾਮ ਬਣਾਏ। ਤਾਂ ਉਹਨਾਂ ਪਿੰਡਾਂ ਦੇ ਵਿੱਚ ਹੀ ਇਹਨਾਂ ਨੇ ਆਪਣੇ ਘਰ ਪਾ ਕੇ ਰਹਿਣਾ ਸ਼ੁਰੂ ਕੀਤਾ ਹੈ। ਬੰਦੇ ਆਦਿਕ ਗੋਤ ਪਾਤ, ਜਬ ਹਟ ਗਿਓ ਭਈ ਸੁਖ ਸ਼ਾਂਤ। ਸਮਾਂ ਬਤੀਤ ਹੁੰਦਾ ਗਿਆ, ਸਤਿਗੁਰੂ ਪਾਤਸ਼ਾਹ ਜੀ ਅਲੋਪ ਹੋ ਗਏ, ਮਾਤਾ ਸੁੰਦਰੀ ਜੀ ਚਲੇ ਗਏ। ਉਸ ਤੋਂ ਬਾਅਦ ਗੁਰੂ ਪਿਆਰਿਓ, ਬੰਦਾ ਸਿੰਘ ਬਹਾਦਰ ਆਇਆ। ਉਤਪਾਤ ਭਾਵ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਜਦੋਂ ਖਤਮ ਹੋ ਗਈਆਂ, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ। ਇੱਕ ਦਿਨ ਇਸ ਗੁਲਾਬ ਰਾਏ ਨੇ ਸੋਚਿਆ, ਗੁਲਾਬ ਰਾਏ ਚਲੇ ਆਇਓ, ਅਨੰਦਪੁਰ ਕੋ ਚਹਿਤ ਬਸਾਇਓ। ਇੱਕ ਦਿਨ ਫਿਰ ਇਹ ਪੌਂਡਾ ਸਾਹਿਬ ਦੇ ਇਲਾਕੇ ਚੋਂ, ਨਾਹਨ ਦੇ ਰਾਜੇ ਚੋਂ ਕੋਲੋਂ ਉੱਠ ਕਰਕੇ ਆਨੰਦਪੁਰ ਸਾਹਿਬ ਦਾ ਇਲਾਕਾ ਦੇਖਣ ਆਇਆ, ਜਿੱਥੇ ਕਿਸੇ ਵੇਲੇ ਸਤਿਗੁਰਾਂ ਨੇ ਬਹੁਤ ਆਨੰਦ ਵਰਤਾਏ ਸਨ। ਜਦੋਂ ਇਸ ਨੇ ਆ ਕੇ ਦੇਖਿਆ ਹੈ, ਕਾਫੀ ਬਿਲਡਿੰਗਾਂ ਢਹਿ ਢੇਰੀ ਕਰ ਦਿੱਤੀਆਂ ਤੁਰਕਾਂ ਨੇ, ਪਹਾੜੀਆਂ ਨੇ, ਔਰ ਜਿਸ ਰਾਜੇ ਦੇ ਧਰਤੀ ਇਹ ਹਿੱਸੇ ਵਿੱਚ ਆਉਂਦੀ ਹੈ, ਉਸ ਨੇ ਇਸ 'ਤੇ ਕਬਜ਼ਾ ਕਰ ਲਿਆ। ਤੇ ਗੁਲਾਬ ਰਾਏ ਨੇ ਸੋਚਿਆ, ਮੈਂ ਕਿਉਂ ਨਾ
ਇਸ ਅਨੰਦਪੁਰ ਸਾਹਿਬ ਨੂੰ ਦੁਬਾਰਾ ਆਬਾਦ ਕਰਾਂ। तब जो तह कह लोरी नाथ मिलियो जाय कर तिसके साथ। ਤਾਂ ਇਹ ਇਲਾਕਾ ਕਹਿਲੂਰ ਦੇ ਏਰੀਏ 'ਚ ਆਉਂਦਾ ਹੈ। 22 ਧਾਰਾਂ, 22 ਛੋਟੀਆਂ ਛੋਟੀਆਂ ਨਦੀਆਂ ਵਗਦੀਆਂ। ਉਹਨਾਂ ਨਦੀਆਂ ਤੇ 22 ਰਾਜੇ ਰਾਜ ਕਰਦੇ ਸਨ, ਔਰ ਜਿਹੜੀ ਨਦੀ ਦੇ ਉੱਤੇ, ਜਿਹੜੀ ਧਾਰ ਦੇ ਉੱਤੇ ਜਿਹੜਾ ਰਾਜਾ ਰਹਿੰਦਾ ਹੈ, ਉਹ ਏਰੀਆ ਉਸ ਰਾਜੇ ਦਾ। ਤਾਂ ਇਹ ਜਿਹੜਾ ਇਲਾਕਾ ਸੀ ਸ੍ਰੀ ਅਨੰਦਪੁਰ ਸਾਹਿਬ ਦਾ, ਭਾਵੇਂ ਕਿ ਪਹਿਲਾਂ ਵੀ 9ਵੇਂ ਪਾਤਸ਼ਾਹ ਨੇ ਮੁੱਲ ਖਰੀਦਿਆ, ਉਸ ਵੇਲੇ 25,000 ਰੁਪਈਆ ਦੇ ਕਰਕੇ, ਜਿਸ ਵੇਲੇ ਇੱਥੇ ਕਹਿੰਦੇ ਸੀ ਕੋਈ ਵਸ ਨਹੀਂ ਸਕਦਾ, ਇੱਥੇ ਕੋਈ ਭੂਤ ਪ੍ਰੇਤ ਰਹਿੰਦਾ ਹੈ। ਉਸ ਵੇਲੇ ਸਾਨੂੰ ਕਿਹਾ ਕੋਈ ਨਹੀਂ, ਅਸੀਂ ਉਸ ਨੂੰ ਇੱਥੋਂ ਕੱਢ ਦਿਆਂਗੇ, ਸਾਡੇ ਵਾਸਤੇ ਜਗ੍ਹਾ ਖਰੀਦੋ। ਤੇ ਸਿੰਘਾਂ ਨੇ ਉਸ ਰਾਜੇ ਨੂੰ ਦੇ ਕਰਕੇ ਪੈਸੇ, ਉਹ ਧਰਤੀ ਮੁੱਲ ਖਰੀਦ ਕੇ 9ਵੇਂ ਪਾਤਸ਼ਾਹ ਜੀ ਨੇ ਵਸਾਈ ਸੀ। ਪਰ ਉਸ ਤੋਂ ਬਾਅਦ ਜਦੋਂ ਪਾਤਸ਼ਾਹ ਇੱਥੋਂ ਚਲੇ ਗਏ ਤੇ ਮੌਕੇ ਦੇ ਰਾਜੇ ਨੇ, ਕਹਿਲੂਰ ਦੇ ਰਾਜੇ ਨੇ ਤੇ ਫਿਰ ਕਬਜ਼ਾ ਕਰ ਲਿਆ। ਇੱਕ ਦਿਨ ਗੁਲਾਬ ਰਾਏ ਵੇਖਣ ਵਾਸਤੇ ਆਇਆ ਹੈ। ਵੇਖ ਕੇ ਮਨ ਬੜਾ ਦੁਖੀ ਹੋਇਆ ਤੇ ਇੱਛਾ ਹੋਈ ਮੈਂ ਇਸ ਇਲਾਕੇ ਨੂੰ ਦੁਬਾਰਾ ਫਿਰ ਸੰਭਾਲਾਂ, ਫਿਰ ਠੀਕ ਕਰਾਵਾਂ। अनंतपुर को जेत कथे है करके मोल मोहे को दे है। ਔਰ ਹੁਣ ਜਾ ਕੇ ਕਹਿਲੂਰ ਦੇ ਰਾਜੇ ਨੂੰ ਮਿਲਦਾ ਹੂੰ ਤਾਂ ਉਹ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਉਹਨਾਂ ਨੇ ਕਬਜ਼ਾ ਕਰ ਲਿਆ। ਜਿਵੇਂ ਕਹਿੰਦੇ ਆ ਸਰਕਾਰ ਜ਼ਮੀਨਾਂ ਜ਼ਬਤ ਕਰ ਲੈਂਦੀ ਹੈ, ਤੇ ਕਹਿਲੂਰ ਵਾਲਿਆਂ ਨੇ ਇਹਨੂੰ ਆਪਣੇ ਕਬਜ਼ੇ 'ਚ ਕਰ ਲਿਆ। ਤੇ ਗੁਲਾਬ ਰਾਏ ਜਾ ਕੇ ਕਹਿਲੂਰ ਦੇ ਰਾਜੇ ਨੂੰ ਮਿਲਦਾ ਹੈ, ਮੈਂ ਮਿੱਤਰਾ ਗੱਲ ਆਇਆ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਹੋਇਆ ਨਗਰ ਆਨੰਦਪੁਰ ਸਾਹਿਬ ਆ, ਮੈਨੂੰ ਉਹ ਜ਼ਮੀਨ ਚਾਹੀਦੀ ਆ। 60,000 दरबार पलीना 60 कमाओ तरा तह दीन। ਤਾਂ ਉਸ ਰਾਜਾ ਕਹਿਣ ਲੱਗਿਆ ਵੀ ਜਿੰਨੇ ਏਰੀਏ ਵਿੱਚ ਸਤਿਗੁਰਾਂ ਦੇ ਸਥਾਨ ਹਨ, ਜਿੰਨੇ ਏਰੀਏ 'ਚ ਤੁਹਾਡਾ ਆਨੰਦਪੁਰ ਸਾਹਿਬ ਵਸਿਆ ਸੀਗਾ, ਮੈਨੂੰ ਉਸ ਦੇ ਪੈਸੇ ਦੇ ਦਿਓ। 60 ਘੁਮਾ ਜ਼ਮੀਨ ਹੈ, 60 ਏਕੜ 60 ਕਿੱਲੇ। ਤਾਂ ਕਹਿਣ ਲੱਗਿਆ ਉਹ 60 ਘੁਮਾ ਜ਼ਮੀਨ ਹੈ ਤੇ ਮੈਂ ਉਹਦਾ 60,000 ਰੁਪਈਆ ਲਊਂਗਾ। श्याम सिंह अर सकल कुटुंब आन बसेले नरन कुतंब। ਔਰ ਸ਼ਿਆਮ ਸਿੰਘ ਨੇ ਫਿਰ ਇੰਤਜ਼ਾਮ ਕੀਤਾ, ਪੈਸੇ ਇਕੱਠੇ ਕੀਤੇ ਔਰ ਕਹਿਲੂਰ ਦੇ ਰਾਜੇ ਨੂੰ 60,000 ਦੇ ਕੇ ਉਹ ਜਗ੍ਹਾ ਵਾਪਸ ਲੈ ਲਈ ਹੈ। ਇਹ ਆਪਣੇ ਪਰਿਵਾਰ ਨੂੰ ਲੈ ਕੇ ਸ਼ਿਆਮ ਸਿੰਘ ਆਨੰਦਪੁਰ ਆ ਗਏ। ਆਪਣਾ ਗੁਲਾਬ ਰਾਏ ਤੇ ਸ਼ਿਆਮ ਸਿੰਘ ਇਹਨਾਂ ਨੇ ਲਿਆ ਹੈ ਤੇ ਇਹ ਇੱਥੇ ਆ ਕੇ ਵਸਣ ਲੱਗੇ। कीतक सदन हित अपन बनाए कीतक अपर कुटुंबी आए। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਗੁਲਾਬ ਰਾਏ, ਸ਼ਿਆਮ ਸਿੰਘ ਇਹ ਆ ਕੇ ਇੱਥੇ ਵਸਣ ਲੱਗੇ। ਕੁਟੁੰਬੀ ਭਾਵ ਹੋਰ ਰਿਸ਼ਤੇਦਾਰ, ਸਾਕ ਸੰਬੰਧੀ ਇਹਨਾਂ ਦੇ। ਉਹ ਜ਼ਮੀਨ ਬਹੁਤ ਹੈ, 60 ਏਕੜ ਕੋਈ ਥੋੜੀ ਜੀ ਨਹੀਂ ਹੈ, ਦੂਰ ਤੱਕ ਫੈਲੀ ਹੋਈ ਆ। ਇਹਨਾਂ ਨੇ ਆਪਣੇ ਰਿਸ਼ਤੇਦਾਰ, ਪਰਿਵਾਰ ਆਦਿ ਵੀ ਇੱਥੇ ਵਸਣ ਲਈ ਸੱਦ ਲਏ। ਆਨੰਦਪੁਰ ਸਾਹਿਬ ਨੂੰ ਦੁਬਾਰਾ ਵਸਾਉਣ ਲੱਗੇ। दीप मालिका दिवस विसाखी होए बिखे होए अभिलाखी। ਹੁਣ ਗੁਰੂ ਪਿਆਰਿਓ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਹੈ ਆਨੰਦਪੁਰ ਸਾਹਿਬ ਨੂੰ ਦੁਬਾਰਾ ਵਸਾ ਲਿਆ ਹੈ। ਹੁਣ ਦੀਵਾਲੀ ਦਾ, ਵਿਸਾਖੀ ਦਾ, ਹੋਲੀ ਦੇ ਮੇਲੇ ਉੱਥੇ ਲੱਗਣ ਲੱਗੇ। ਸੰਗਤਾਂ ਉੱਥੇ ਜਾਣ ਲੱਗੀਆਂ। ਬਸੰਤ ਰੁੱਤ, ਬਸੰਤ ਦੇ ਗੁਰੂ ਪਿਆਰੋ ਸਮਾਗਮ ਕਰਨੇ, ਜਿਹਨੂੰ ਆਪਾਂ ਹੋਲੀ ਦਾ ਕਹਿ ਦਿਓ। ਵਿਸਾਖੀ ਉੱਥੇ ਮਨਾਉਣ ਲੱਗੇ, ਦੀਵਾਲੀ ਮਨਾਉਣ ਲੱਗੇ। चित पूजा के बन ठन बैसे 10वें गुरु बिराजे जैसे। ਪਰ ਇੱਥੇ ਗੁਰੂ ਪਿਆਰਿਓ ਇੱਕ ਗੱਲ ਐਸੀ ਹੋਈ ਵੀ ਜਿਹਨੇ ਨਗਰ ਵਸਾਇਆ ਉਹ ਗੁਰੂ ਸਾਹਿਬ ਦੀ ਰੀਸ ਕਰਨ ਲੱਗਿਆ। ਮਾਣ ਹੋ ਗਿਆ ਵੀ ਮੈਂ ਦੁਬਾਰੇ ਵਸਾਇਆ। ਤੇ ਜਦੋਂ ਸੰਗਤ ਇਕੱਠੀ ਹੁੰਦੀ ਹੈ, ਇਹ ਆਸਣ ਲਾਉਂਦਾ, ਸਿੰਘਾਸਣ ਲਾਉਂਦਾ। ਗੁਰੂ ਗੋਬਿੰਦ ਸਿੰਘ ਜੀ ਵਾਂਗੂ ਬਣ ਠਣ ਕੇ ਉਹੇ ਜਿਹਾ ਸਾਜੋ ਸਮਾਜ ਪਹਿਨ ਕੇ ਇਹ ਜਿਹੜਾ ਹੈ ਬੈਠਣਾ ਕਰਦਾ ਹੈ। संगत आवन लगी बिलोक देखा देखी है गन लोक। ਉਹ ਹੁਣ ਸੰਗਤ ਉੱਠਣ ਲੱਗੀ, ਦੇਖਾ ਦੇਖੀ ਅੱਜ ਹੋਰ ਕੱਲ ਹੋਰ ਸੰਗਤ ਦੁਬਾਰਾ ਨਵੀਂ ਜੁੜਨ ਲੱਗੀ। ਉੱਥੇ ਜਿਹੜੇ ਨਵੇਂ ਸਿੱਖਾਂ ਦੇ ਪਰਿਵਾਰ ਸੀ ਉੱਥੇ ਜਾਣ ਲੱਗੇ ਹਨ। जाए उपाय न पूजे पाए श्री सतगुर की रीत मनाए। ਤਾਂ ਗੁਰੂ ਪਿਆਰਿਓ ਹੁਣ ਸੰਗਤ ਜਿਹੜੀ ਹੈ ਇਹਨਾਂ ਨੂੰ ਗੁਰੂ ਸਾਹਿਬ ਦਾ ਰੂਪ ਜਾਣ ਕੇ ਮੰਨਣ ਲੱਗੀ, ਕਿਉਂਕਿ ਭੋਲੀ ਭਾਲੀ ਜਨਤਾ ਹੈ।
ਜਿਹੜਾ ਮਾੜਾ ਜਿਹਾ ਪਖੰਡ ਜਿਹਾ ਕਰਦਾ, ਠਾਠਵਾੜ ਜਿਹਾ ਵਿਖਾਉਂਦਾ ਹੈ, ਲੋਕ ਉਸ ਨੂੰ ਬਾਬਾ ਜੀ ਕਰਨ ਲੱਗ ਜਾਂਦੇ ਆ। ਪਿੱਛੇ ਆਪਾਂ ਦੇਖਿਆ ਅਜੀਤ ਸਿੰਘ, ਹੱਠੀ ਸਿੰਘ, ਇਹਨਾਂ ਨੇ ਵੀ ਐਵੇਂ ਕੀਤਾ। ਉਹ ਇਹਨਾਂ ਦਾ ਧੰਨਵਾਦ ਹੈ ਕਿ ਗੁਰੂ ਸਾਹਿਬ ਦੇ ਸਥਾਨ ਨੂੰ ਦੁਬਾਰਾ ਤਮੀਰ ਕਰਵਾਇਆ, ਵਧੀਆ ਗੱਲ ਹੈ। ਪਰ ਹੋਇਆ ਕੀ, ਇਹ ਗੁਰੂ ਸਾਹਿਬ ਦੇ ਅਸਥਾਨ ਦੇ ਉੱਤੇ ਹੁਣ ਕਲਗੀ ਲਾ ਕੇ, ਬਾਣਾ ਪਾ ਕੇ, ਉਸੇ ਤਰ੍ਹਾਂ ਦਾ ਪਾਤਸ਼ਾਹ ਕਹਿੰਦੇ ਆ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਨੇ ਕਿਹਾ ਉਹ ਕਰੋ, ਜੋ ਗੁਰੂ ਨੇ ਕੀਤਾ ਉਹਦੀਆਂ ਰੀਸਾਂ ਨਾ ਕਰੋ, ਕਰਨ ਨੂੰ ਕਿਉਂ ਕਰੋ। ਪਰ ਇਹਨਾਂ ਨੇ ਹੁਣ ਉਹ ਸੰਗਤ ਆਉਣ ਲੱਗੀ, ਸਾਜੋ ਸਮਾਨ ਆਉਣ ਲੱਗਿਆ, ਪੂਜਾ ਦਾ ਚੜਾਵਾ ਆਉਣ ਲੱਗਿਆ, ਤੇ ਦਿਨੋਂ ਦਿਨ ਇਹਦੇ ਅੰਦਰ ਹੰਕਾਰ ਵੀ ਪ੍ਰਫੁੱਲਤ ਹੋਣ ਲੱਗਿਆ। ਆਵਨ ਲਗਿਓ ਦਰਬ ਸਮਦਾਏ, ਮੇਲਾ ਹੋਣ ਲਗਿਓ ਤਿਸ ਪਾਏ। ਦੀਵਾਲੀ ਵਿਸਾਖੀ ਦੇ ਮੇਲੇ ਲੱਗਣ ਲੱਗੇ ਪਹਿਲਾਂ ਦੀ ਤਰ੍ਹਾਂ, ਬਹੁਤ ਮਾਇਆ ਆਉਣ ਲੱਗੇ। ਤਨ ਕੀ ਜਗ੍ਹਾ ਵੀ ਭੁੱਖਨ ਸਾਰੇ, ਜਿਵ ਸ਼੍ਰੀ ਗੋਬਿੰਦ ਸਿੰਘ ਤਨ ਧਾਰੇ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਹੀ ਇਹ ਗੁਲਾਬ ਚੰਦ ਜਿਹੜਾ ਹੈ ਕਲਗੀ ਲਾਉਣ ਲੱਗਿਆ। ਉਹ ਸਾਰੇ ਗਹਿਣੇ ਜੋ ਗੁਰੂ ਸਾਹਿਬ ਪਹਿਨਿਆ ਕਰਦੇ ਸੀ ਉੱਦਾਂ ਦੇ ਬਣਵਾ ਲਏ, ਪੈਸਾ ਤਾਂ ਵਾਧੂ ਆ ਗਿਆ, ਉਹੀ ਠਾਠ ਬਾਠ ਵਿਖਾਵਾ ਕਰਨ ਲੱਗਿਆ। ਤਿਮਹੀ ਕਮਰ ਕਸਾ ਸ਼ੁਭ ਕਰਕੇ, ਸਭ ਮੈਂ ਬੈਠਤ ਮੰਜੀ ਚਰਕੇ। ਔਰ ਮੰਜੀ ਲਾ ਕੇ ਬੈਠਣ ਲੱਗੇ ਆ। ਪ੍ਰਚਾਰ ਕਰਨਾ ਚੰਗੀ ਗੱਲ ਹੈ, ਪਰ ਗੁਰੂ ਸਾਹਿਬ ਦੀ ਰੀਸ ਕਰਨੀ ਜਿਵੇਂ ਆ ਪਿੱਛੇ ਸਾਧਾਂ ਨੇ ਕੀਤੀ, ਉਸੇ ਤਰ੍ਹਾਂ ਇਹੋ ਜਿਹੇ ਲੋਕ ਫਿਰ ਬਹੁਤਾ ਸਮਾਂ ਨਹੀਂ ਬਚਦੇ। ਹੁਣ ਇਸ ਨੇ ਵੀ ਇਹੀ ਕੀਤਾ, ਭਾਵੇਂ ਕਿ ਇਸ ਨੇ ਖਰਚਾ ਇਕੱਠਾ ਕਰਕੇ ਜਗ੍ਹਾ ਛਡਾਈ, ਉਹ ਜਗ੍ਹਾ 'ਤੇ ਦੁਬਾਰਾ ਸਥਾਨ ਬਣਾਉਣੇ ਸ਼ੁਰੂ ਕੀਤੇ। ਫਿਰ ਤਾਂ ਖਾਲਸਾ ਪੰਥ ਨੇ ਸਾਂਭ ਲਿਆ ਮਗਰੋਂ ਤਾਂ, ਪਰ ਇਸ ਨੇ ਗੁਰੂ ਪਿਆਰੋ ਗਲਤੀ ਕਰ ਲਈ, ਜੋ ਗੁਰੂ ਸਾਹਿਬ ਦੀ ਰੀਸ ਕਰਨ ਲੱਗਿਆ। ਤੇ ਜਿੱਥੇ ਗੁਰੂ ਸਾਹਿਬ ਜਿਹੜੇ ਆਸਣ 'ਤੇ ਬਹਿੰਦੇ ਸੀ ਨਾ, ਉਸੇ ਆਸਣ 'ਤੇ ਬੈਠਣ ਲੱਗਿਆ। ਅਲੱਗ ਨਹੀਂ ਬਣਾਇਆ, ਨਵੇਂ ਥਾਂ 'ਤੇ ਬਣਾ ਲੈਂਦਾ, ਪਰ ਉਸੇ ਸਿੰਘਾਸਣ 'ਤੇ ਜਿੱਥੇ ਪਾਤਸ਼ਾਹ ਬਹਿੰਦੇ ਸਨ, ਉਹ ਜਗ੍ਹਾ ਦੇ ਉੱਤੇ ਜਾ ਕੇ ਆਸਣ ਮੰਜਾ ਢਾ ਕੇ ਬੈਠਣ ਲੱਗਿਆ ਗੁਰੂ ਬਣ ਕੇ। ਸ੍ਰੀ ਗੁਰੂ ਸ਼ੋਭਤ ਜਿਸ ਅਸਥਾਨ, ਤਹੀਂ ਬੈਠੇ ਬਡਮਾਨ। ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਸ਼ੁਭਾਏਮਾਨ ਹੁੰਦੇ ਸੀ, ਉੱਥੇ ਬੜੇ ਮਾਣ ਦੇ ਨਾਲੇ ਜਾ ਕੇ ਬਹਿੰਦਾ ਹੈ। ਇਸ ਵਰਜ ਬਧਿਓ ਪਿਓ ਹੰਕਾਰ, ਗੁਰ ਕੀ ਸਮਤਾ ਮੈਂ ਚਿਤ ਧਾਰ। ਹੁਣ ਜਦੋਂ ਇਹ ਮਾਇਆ ਆਉਂਦੀ ਹੈ, ਇਹ ਜਿਹੜੀ ਮਾਇਆ ਨਾ ਗੁਰੂ ਪਿਆਰਿਓ ਮਨੁੱਖ ਦੀ ਮੱਤ ਮਾਰ ਦਿੰਦੀ ਹੈ। ਸਿੱਧਾ ਜਿਹਾ ਇੱਕ ਦੋਹਰਾ ਲਿਖਿਆ ਕਿਸੇ ਨੇ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਹੱਡ ਭੰਨਣ ਮੱਤ ਮਾਰਨ ਕੰਮ ਕਰ ਨਾ ਦੇਣ। ਕੱਲੀਆਂ ਰੋਟੀਆਂ ਨਾਲ ਤਲਕ ਨਹੀਂ, ਇਹ ਚੜਾਵੇ ਦੀ ਮਾਇਆ ਦੀ ਵੀ ਗੱਲ ਹੈ, ਸਾਰਾ ਕੁਝ ਇਹਦੇ ਵਿੱਚ ਹੀ ਆ। ਤਾਂ ਕਹਿਣ ਲੱਗੇ ਹੁਣ ਇਸ ਦੀ ਮੱਤ ਮਾਰੀ ਗਈ ਹੈ, ਐਸ਼ਵਰਜ ਵੱਧ ਗਿਆ, ਮਾਇਆ ਵਾਧੂ ਆਉਂਦੀ ਹੈ, ਜੋ ਮਰਜ਼ੀ ਬਣਾਈ ਚੱਲੇ। ਪਰ ਹੰਕਾਰ ਵੀ ਨਾਲ ਨਾਲ ਵੱਧਦਾ ਗਿਆ ਤੇ ਗੁਰੂ ਦੀ ਬਰਾਬਰੀ ਕਰਨ ਲੱਗਿਆ। ਤੋ ਦੇਹਰਾ ਨਵ ਗੁਰੂ ਜੈ, ਸੇਵਾ ਹਿਤ ਗੁਰ ਬਖਸ਼ ਸਾਧਤ ਹੈ। ਹੁਣ ਜਿਹੜਾ ਅਸਥਾਨ ਗੁਰੂ ਤੇਗ ਬਹਾਦਰ ਜੀ ਦਾ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸਨ, ਉਸ ਤੋਂ ਬਾਅਦ ਆਸੇ ਪਾਸੇ ਉਹ ਨਗਰ ਵਸਿਆ ਸੀਗਾ, ਉਹਨੂੰ ਤੇਗ ਬਹਾਦਰ ਜੀ ਦਾ ਮੰਦਿਰ ਦੇਹਰਾ ਘਰ ਕਹਿੰਦੇ ਹਨ। ਉੱਥੇ ਇੱਕ ਸਿੱਖ ਦੀ ਡਿਊਟੀ ਜਾਂਦੇ ਜਾਂਦੇ ਗੁਰੂ ਸਾਹਿਬ ਲਾ ਗਏ ਸੀ, ਜਿਸ ਦਾ ਨਾਮ ਸੀ ਗੁਰਬਖਸ਼ ਸਿੰਘ। ਉਹ ਸਾਧੂ ਬਿਰਤੀ ਦਾ ਬੰਦਾ ਸੀਗਾ। ਉਹਨੂੰ ਪਾਤਸ਼ਾਹ ਕਹਿਣ ਲੱਗੇ, ਲੈ ਵੀ ਮਿੱਤਰਾ, ਤੂੰ ਇੱਥੇ ਝਾੜੂ ਮਾਰਦਾ ਰਹੀਂ, ਦੀਵਾ ਬੱਤੀ ਜਗਾਉਂਦਾ ਰਹੀਂ, ਇਸ ਦੇਹਰੇ ਦੀ ਸੇਵਾ ਸੰਭਾਲ ਤੂੰ ਕਰਨੀ ਹੈ। ਇਹ ਸਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ। ਗੁਰਬਖਸ਼ ਸਿੰਘ ਦੀ ਡਿਊਟੀ ਸਤਿਗੁਰੂ ਉੱਥੇ ਲਾ ਗਏ ਸਨ, ਔਰ ਬੜਾ ਉਹ ਗੁਰੂ ਪਿਆਰਿਓ ਭਜਨ ਬੰਦਗੀ ਵਾਲਾ ਸਾਧੂ ਸੀਗਾ, ਨਾਮ ਜਪਣ ਵਾਲਾ ਸੀ। ਨਾਮ ਇਹਦਾ ਗੁਰਬਖਸ਼ ਹੈ, ਸਿੰਘ ਨਹੀਂ ਹੈ, ਇਹ ਸਾਧੂ ਸੀ। ਆਪ ਗੁਰੂ ਤੇਰੇ ਕਰਤਾ ਗਏ, ਧੂਪ ਦੀਪ ਆਦਿਕ ਕ੍ਰਿਤ ਗਏ। ਔਰ ਇਹ ਗੁਰੂ ਪਿਆਰੇ ਗੁਰੂ ਦਾ ਬਚਨ ਉੱਥੇ ਵਜਾਉਣ ਲੱਗੇ ਆ। ਉਸੇ ਤਰ੍ਹਾਂ ਧੂਪ ਬੱਤੀ ਕਰਦਾ ਹੈ, ਝਾੜੂ ਆਦਿ ਕਰਦਾ ਹੈ। ਇੱਕ ਦਿਨ ਅਵਲੋਕਿਓ ਆਨ, ਥਿਰਿਓ ਗੁਲਾਬ ਰਾਏ ਗੁਰਸਥਾਨ। ਹੁਣ ਇਹ ਗੁਰੂ ਪਿਆਰਿਓ ਜਾਗਤ ਹੈ, ਇਹ ਸਿੱਖ ਹੈ ਜਿਹੜਾ ਗੁਰਬਖਸ਼ ਸਾਧ ਹੈ ਜਿਹੜਾ, ਇਹਨੂੰ ਇਹ ਗੱਲ ਚੰਗੀ ਨਾ ਲੱਗੀ। ਗੁਲਾਬ ਰਾਏ ਦਾ, ਗੁਲਾਬ ਚੰਦ ਦਾ ਉਸ ਤਖਤ ਲਾ ਕੇ ਬੈਠਣਾ, ਗੁਰੂ ਸਾਹਿਬ ਦੇ ਵਾਂਗੂ ਰੀਸ ਲਾ ਕੇ ਬੈਠਣਾ, ਇਹ ਉਹਦੇ ਨਾਲ ਲੜਦਾ। ਤੇ ਫਿਰ ਅੱਗੇ ਕੀ ਹੁੰਦਾ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ, ਸਮਾਂ ਸਮਾਪਤੀ 'ਤੇ ਆ। ਇਹ ਉਸ ਨੂੰ ਰੋਕਦਾ ਵੀ ਤੂੰ ਆਹ ਕੰਮ ਨਾ ਕਰ, ਤੂੰ ਅਲੱਗ ਮੰਜੀ ਡਾ ਕੇ ਬਹਿ ਜਾ, ਪਰ ਇਹ ਸਥਾਨ ਗੁਰੂ ਸਾਹਿਬ ਦਾ, ਇੱਥੇ ਤੂੰ ਮੰਜੀ ਨਹੀਂ ਲਾ ਸਕਦਾ, ਇਹ ਉਹਨਾਂ ਦਾ ਰਾਖਵਾਂ ਹੈ।
ਤੋ ਗੁਰੂ ਕਿਰਪਾ ਕਰਨੇ ਵਿਚਾਰਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व पंचन गुणतास हे संगी हे निरंकार हे निर्गुण सब टेक हे गोबिंद हे गुण निदान जाति सदा विवेक हे अपरंपर हर हरे हैप्पी हो बनहार हे संत कै सदा संग दारा आधार हे ठाकुर हों दासरो निर्गुण गुण नहीं कोई नानक दीजै नाम दान कोई परोए आए प्रभ शरणागति कृपा नित दयाल एक अखर हर मन बसत होत निहाल एक अंकार सतगुरु तेह प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।